ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਿਲਾ ਤੀਜਾ। ਜਗ ਮੈਲਾ ਮੈਲੋਂ ਹੋਏ ਜਾਏ, ਆਵੈ ਜਾਏ ਦੂਜੈ ਲੋ ਪਾਏ। ਦੂਜੈ ਭਾਏ ਸਭ ਪਰਜ ਵੇਗੋਏ। ਮਨ ਮੁਖ ਚੋਟਾਂ ਖਾਏ, ਆਪਣੀ ਪਤ ਖੋਈ। ਗੁਰ ਸੇਵਾ ਤੇ ਜਨ ਨਿਰਮਲ ਹੋਏ। ਅੰਤਰ ਨਾਮ ਵਸੈ ਪਤ ਊਤਮ ਹੋਏ। ਰਹਾ ਗੁਰਮੁਖ ਉਬਰੇ ਹਰ ਸ਼ਰਣਾਈ। ਰਾਮ ਨਾਮ ਰਾਤੇ ਭਗਤ ਦਿਰੜਾਈ। ਭਗਤ ਕਰੇ ਜਨ ਵਡਿਆਈ ਪਾਏ। ਸਾਚ ਰਤੇ ਸੁਖ ਸਹਿਜ ਸਮਾਏ। ਸਾਚੇ ਕਾ ਗਾਹਕ ਵਿਰਲਾ ਕੋ ਜਾਣ। ਗੁਰ ਕੈ ਸ਼ਬਦ ਆਪ ਪਛਾਣ। ਸਾਚੀ ਰਾਸ ਸਾਚਾ ਵਾਪਾਰ। ਸੋ ਧਨ ਪੁਰਖ ਜਿਸ ਨਾਮ ਪਿਆਰ। ਤਿਨ ਪ੍ਰਭ ਸਾਚੈ ਇੱਕ ਸੱਚ ਲਾਏ। ਊਤਮ ਬਾਣੀ ਸ਼ਬਦ ਸੁਣਾਏ। ਪ੍ਰਭ ਸਾਚੇ ਕੀ ਸਾਚੀ ਕਾਰ। ਨਾਨਕ ਨਾਮ ਸਵਾਰਣ ਹਾਰ। ਤਿਨ ਪ੍ਰਭ ਸਾਚੈ ਇੱਕ ਸੱਚ ਲਾਏ। ਊਤਮ ਬਾਣੀ ਸ਼ਬਦ ਸੁਣਾਏ। ਪ੍ਰਭ ਸਾਚੇ ਕੀ ਸਾਚੀ ਕਾਰ। ਨਾਨਕ ਨਾਮ ਸਵਾਰਣ
जी का खालसा वाहिगुरु जी की फतेह। हे गुरु साहिब जी, तेरे कवन कवन गुण कह कह गावां। तू साहिब गुणी निधाना, तुमरी महिमा बरन न सकूं। तू ठाकुर ऊच भगवाना, जेता जियो पिंड सब तेरा। तू अंतर जामी पुरख भगवान, दासन दास कह जन नानक। जेहा तू कराहे तेहा हों करी वखियान। परम सन्मानयोग धन धन सतगुरु गुरु हरकृष्ण साहब सच्चे पातशाह बाला प्रीतम जी दे पावन पवित्र अस्थान गुरुद्वारा श्री बंगला साहिब। धन धन सतगुरु गुरु ग्रंथ साहिब सच्चे पातशाह जी दी पावन पवित्र गोद विच सुभाएमान गुरु सवारे सतसंगी जनों, वडभागी बड़े हाँ सतगुरां ने रहमत बख्शिश कीती है। सतगुरां दी पवित्र गोद विच बैठ के गुरु की बाणी पढ़न सुनन दा सुभाग सतगुरां ने बख्शिश कीता है। चल रही लड़ीवार विचार विच आप जियां ने धन धन सतगुरु गुरु अमरदास सच्चे पातशाह महाराज जी दी पावन पवित्र रचना तो उचारण किया होया धनासरी राग दे अंदर शब्द जिस दी अज विचार की जानी है, बड़े प्रेम नाल भाई साहब जी ने आप जी नूं सरवण करवाया है। देश विदेश विच बैठियां होइयां समूह संगतां आओ एकाग्रता बख्शिश करो। इस पावन पवित्र शब्द की विचार मेरे सतगुरु गरीब नवाज पातशाह जी आप सिर ते मेहर भरिया हथ रख के अपनी कला वरता के अपनी बख्शिश करके सेवा लै लैन। करो कृपा ते आशीष बख्शिश करो। प्यार सहित आखो जी वाहिगुरु जी का खालसा वाहिगुरु जी की फतेह। इस पावन पवित्र शब्द के अंदर जो सतगुरु महाराज जी ने सिद्धांत बख्शिश किया है, आओ पहला संखेप जिहा आपां उस नूं विचार के फिर जिवें सतगुरु बख्शिश करनगे इस दे अखरी अर्थ ते भाव अर्थां नूं आपां समझण दी कोशिश करांगे। इस पावन शब्द अंदर सतगुरु महाराज जी ने जगत मैले की गल की है। मेरे गरीब नवाज पातशाह महाराज जी ने इस पावन शब्द के अंदर जिहड़े परमात्मा तो टुट चुके जीव ने उन्हां दी गल की है। इस पावन शब्द अंदर सतगुरां ने जो केंद्री भाव है रहाओ वालियां तुकां दा उहदे विच गुरु दी सेवा की गल की है। सतगुरु महाराज जी ने कहा कि इज्जत किवें प्राप्त हो सकती है। इस पावन शब्द अंदर गुरु जी ने दर्शाया गुरमुख दा मार्ग किहड़ा है। सतगुरु पातशाह महाराज जी पावन शब्द अंदर दर्शाउंदे ने मनमुख दी की हालत है उसका बयान किया पावन शब्द अंदर। सच दे व्यापारी किहड़े हुंदे ने उन्हां दा जिक्र पावन शब्द अंदर आया है।
ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਅਖੀਰ ਵਿੱਚ ਕਿਹਾ ਹੈ ਕਿ ਉਸ ਪਰਮਾਤਮਾ ਦਾ ਇੱਕ ਨਿਯਮ ਹੈ, ਉਹਦਾ ਸਿਧਾਂਤ ਹੈ, ਉਹਦਾ ਅਸੂਲ ਜਿਹੜਾ ਹੈ ਉਹ ਜੁਗੋ ਜੁਗ ਅਟਲ ਹੈ। ਇਸ ਪਾਵਨ ਸ਼ਬਦ ਦੀ ਆਓ ਆਪਾਂ ਹੁਣ ਵਿਚਾਰ ਨੂੰ ਅੱਗੇ ਤੋਰਦੇ ਹਾਂ ਕਿ ਜਿੱਥੇ ਇਹਦਾ ਕੇਂਦਰੀ ਭਾਵ ਦਰਸਾਇਆ ਹੈ ਕਿ ਗੁਰੂ ਦੀ ਸੇਵਾ ਦੀ ਗੱਲ ਕੀਤੀ ਹੈ। ਇੱਕ ਇੱਕ ਪ੍ਰਕਰਨ ਨੂੰ ਜਿਵੇਂ ਗੁਰੂ ਸਾਹਿਬ ਬਖਸ਼ਿਸ਼ ਕਰਨ ਆਪਾਂ ਵਿਚਾਰਾਂਗੇ, ਗੁਰੂ ਦੇ ਉੱਤੇ ਥੋੜੀ ਜਿਹੀ ਵਿਚਾਰ ਕਰ ਲਈਏ ਕਿਉਂਕਿ ਭੁਲੇਖੇ ਬੜੇ ਪਏ ਹੋਏ ਨੇ। ਕਈ ਵਾਰ ਤੇ ਮਨੁੱਖ ਏਡੇ ਵੱਡੇ ਭੁਲੇਖੇ ਖਾ ਜਾਂਦਾ ਹੈ ਕਿ ਜਦੋਂ ਸਤਿਗੁਰਾਂ ਦੇ ਸਪਸ਼ਟ ਸਾਹਮਣੇ ਸ਼ਬਦ ਦਿਸਦੇ ਹੋਣ ਫਿਰ ਵੀ ਕਈ ਵਾਰ ਬੜਾ ਵੱਡਾ ਭੁਲੇਖਾ ਖਾ ਕੇ ਅਸੀਂ ਗੁਰੂ ਦੀ ਭਾਲ ਵਿੱਚ ਤੁਰ ਪੈਂਦੇ ਵੀ ਸ਼ਾਇਦ ਕਿਸੇ ਹੋਰ ਗੁਰੂ ਦੀ ਗੱਲ ਕੀਤੀ ਹੈ। ਆਓ ਸਤਿਗੁਰਾਂ ਦੀ ਪਾਵਨ ਬਾਣੀ ਵਿੱਚੋਂ ਕੁਝ ਪ੍ਰਮਾਣ ਲਈਏ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਮੇਰੇ ਸਤਿਗੁਰਾਂ ਦੀ ਪਾਵਨ ਬਾਣੀ ਅੰਦਰ ਬੜੇ ਪਿਆਰੇ ਬੋਲ ਤੇ ਅਕਸਰ ਹੀ ਆਪਾਂ ਨੂੰ ਯਾਦ ਨੇ ਕਿਉਂਕਿ ਇਸ ਪਾਵਨ ਸਟੇਜ ਤੋਂ ਵਿਦਵਾਨ ਜਨਾਂ ਨੇ ਕਈ ਵਾਰ ਇਹ ਸ਼ਬਦ ਦੁਹਰਾਉਣਾ ਕੀਤੇ ਨੇ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਈ ਵਾਰ ਸ਼ਬਦ ਅਸੀਂ ਸਰਵਣ ਕੀਤਾ ਹੈ। ਮੇਰੇ ਸਤਿਗੁਰੂ ਮਹਾਰਾਜ ਜੀ ਨੇ ਇਸੇ ਗੱਲ ਨੂੰ ਅੱਗੇ ਤੋਰਦਿਆਂ ਹੋਇਆਂ ਬਚਨ ਕੀਤਾ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰ ਬਾਣੀ ਬਣੀਏ। ਆਓ ਭੱਟਾਂ ਦੇ ਸਵਈਆਂ ਵਿੱਚੋਂ ਕੁਝ ਪ੍ਰਮਾਣ ਲੈ ਲਈਏ ਤਾਂ ਕਿ ਗੱਲ ਸਪਸ਼ਟ ਹੋ ਜਾਵੇ ਕਿ ਜਿਸ ਗੁਰੂ ਦੀ ਦਸੀ ਹੋਈ ਸੇਵਾ ਅਸੀਂ ਕਮਾਣੀ ਹੈ, ਜਿਸ ਗੁਰੂ ਦੇ ਬਚਨਾਂ ਨੂੰ ਜ਼ਿੰਦਗੀ 'ਚ ਕਮਾ ਕੇ ਮਨਮੁਖਤਾਈ ਤੋਂ ਗੁਰਮੁਖਤਾਈ ਤੱਕ ਪਹੁੰਚ ਜਾਈਦਾ ਹੈ, ਉਹ ਗੁਰੂ ਕੈਸਾ ਹੈ। ਜਦੋਂ ਭੱਟ ਸਾਹਿਬਾਨਾਂ ਨੂੰ ਅਸੀਂ ਪੜ੍ਹਿਆ ਉਹਨਾਂ ਨੇ ਬੜੇ ਪਿਆਰੇ ਸ਼ਬਦ ਕਹੇ, ਕਹਿਣ ਲੱਗੇ ਸੱਚ ਜਾਣਿਓ ਜੇ ਅਸੀਂ ਭਾਲ ਬੜੀ ਕੀਤੀ ਕਿ ਕੋਈ ਮਿਲ ਜਾਏ ਜਿਹੜਾ ਅੰਦਰ ਟਿਕਾਓ ਬਣਾ ਦੇ, ਕੋਈ ਅਜਿਹਾ ਮਿਲ ਜਾਵੇ ਜਿਹੜਾ ਸਾਡੇ ਅੰਦਰ ਸ਼ਾਂਤੀ ਪੈਦਾ ਕਰ ਦੇਵੇ, ਕੋਈ ਅਜਿਹਾ ਮਿਲ ਜਾਏ ਕਿ ਸਾਡੇ ਜੀਵਨ ਨੂੰ ਸਵਾਰ ਦੇਵੇ। ਕਹਿਣ ਲੱਗੇ 1 ਸਾਲ ਦਾ ਸਮਾਂ ਲੱਗ ਗਿਆ ਇਹ ਕੁਝ ਭਾਲ ਕਰਦਿਆਂ ਹੋਇਆਂ। ਬਰਸ ਏਕ ਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ। ਕਹਿਣ ਲੱਗੇ 1 ਸਾਲ ਦਾ ਸਮਾਂ ਲਾਇਆ। ਪੁੱਛੀਏ ਜੀ 1 ਸਾਲ ਕਰਦੇ ਕੀ ਰਹੇ? ਕਹਿਣ ਲੱਗੇ ਰਹਿਓ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿੱਠੇ, ਸਨਿਆਸੀ ਤਪਸਵੀ ਮੁਖੋਂ ਇਹ ਪੰਡਿਤ ਮਿੱਠੇ। ਕਹਿਣ ਲੱਗੇ ਬੜੇ ਅਸੀਂ ਭਾਲ ਕਰ ਕਰਕੇ ਦੇਖ ਲਿਆ, ਪਰ ਪੁੱਛਿਆ ਜੀ ਹੁਣ ਤੁਸੀਂ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਆਏ ਹੋ, ਇੱਥੇ ਆ ਕੇ ਮਹਿਸੂਸ ਕੀ ਕਰਦੇ ਹੋ? ਤੇ ਬੜੇ ਪਿਆਰੇ ਬੋਲ ਕਹੇ ਭੱਟ ਸਾਹਿਬਾਨਾਂ ਨੇ, ਕਹਿਣ ਲੱਗੇ ਇੱਥੇ ਆ ਕੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿਨ੍ਹਾਂ ਦੇ ਕੋਲੇ ਜਾਂਦੇ ਰਹੇ 1 ਸਾਲ ਦਾ ਸਮਾਂ ਜਿੱਥੇ ਅਸੀਂ ਬਤਾਇਆ, ਉੱਥੇ ਵੇਖਦੇ ਪਤਾ ਕੀ ਸਾਂ? ਉੱਥੇ ਇਹ ਵੇਖਦੇ ਸੀ ਵੀ ਜੋ ਇਹ ਕਹਿੰਦੇ ਨੇ ਤੇ ਜੋ ਇਹਨਾਂ ਦਾ ਜੀਵਨ ਹੈ ਉਹਦੇ ਵਿੱਚ ਅੰਤਰ ਬਹੁਤ ਜ਼ਿਆਦਾ ਹੈ। ਬੜੇ ਪਿਆਰੇ ਉਹਨਾਂ ਬੋਲ ਕਹੇ, ਕਹਿਣ ਲੱਗੇ ਕਹਿਤਿਆ ਕਹਿਤੀ ਸੁਣੀ, ਪਰ ਅਗਲੀ ਗੱਲ ਬੜੀ ਕਮਾਲ ਦੀ, ਕਹਿਣ ਲੱਗੇ ਰਹਿਤ ਕੋ ਖੁਸ਼ੀ ਨਾ ਆਇਓ। ਕਹਿਣ ਲੱਗੇ ਜੀਵਨ ਜਿਹੜਾ ਸੀ ਉਹਦੇ ਵਿੱਚ ਪ੍ਰੈਕਟੀਕਲ ਤੇ ਤੌਰ ਤੇ ਨਹੀਂ ਸੀ, ਪਰ ਕਹਿਣੀ ਬੜੀ ਕਮਾਲ ਦੀ ਸੀ, ਕਥਨੀ ਬੜੀ ਕਮਾਲ ਦੀ ਸੀ। ਅਗਲੀ ਗੱਲ ਬੜੀ ਕਮਾਲ ਦੀ ਕਹੀ, ਕਹਿਣ ਲੱਗੇ ਏਕ ਛੋੜ ਦੂਜੇ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੂੰ। ਕਹਿਣ ਲੱਗੇ ਇੱਕ ਪਰਮਾਤਮਾ ਵਾਹਿਗੁਰੂ ਨੂੰ ਛੱਡ ਕੇ ਜਿਹੜੇ ਦੂਜਿਆਂ 'ਚ ਲੱਗੇ ਹੋਏ ਸਨ ਉਹਨਾਂ ਦੇ ਗੁਣ ਕਿਉਂ ਆਪਣੀ ਜ਼ਬਾਨ ਤੋਂ ਗਾਈਏ, ਕਿਉਂ ਰਸਨਾ ਤੋਂ ਗਾਈਏ? ਏਕ ਛੋੜ ਦੂਜੇ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੂੰ, ਗੁਰ ਦਈ ਮਿਲਾਇਓ ਭਿਖਿਆ, ਜਿਮ ਤੂੰ ਰੱਖੈਂ ਤਿਵ ਰਹੋ। ਕਹਿਣ ਲੱਗੇ ਮਾਲਕ ਨੇ ਕਿਰਪਾ ਕਰ ਦਿੱਤੀ ਕਿ ਹੁਣ ਗੁਰੂ ਦੇ ਚਰਨਾਂ 'ਚ ਆਏ ਆ ਤੇ ਉਹਨੇ ਪਰਮਾਤਮਾ ਨਾਲ ਮਿਲਾਲਤਾ, ਹੁਣ ਜਿਵੇਂ ਗੁਰੂ ਰੱਖੇਗਾ ਤਿਵੇਂ ਰਵਾਂਗੇ। ਕਿਉਂਕਿ ਅੱਜ ਦੇ ਸ਼ਬਦ ਵਿੱਚ ਵੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਗੁਰੂ ਦੀ ਦੱਸੀ ਹੋਈ ਕਾਰ ਕਮਾਣੀ ਹੈ, ਗੁਰੂ ਦੀ ਦੱਸੀ ਹੋਈ ਅਸੀਂ ਸੇਵਾ ਕਰਨੀ ਹੈ। ਜਦੋਂ ਗੁਰਮੁਖੋ ਸੇਵਾ ਦੀ ਗੱਲ ਆਵੇ, ਇਹ ਬੜਾ ਵੱਡਾ ਪ੍ਰਕਰਨ ਹੈ ਸੇਵਾ ਵਾਲਾ ਜਿਹੜਾ ਹੈ, ਤੇ ਗੁਰਬਾਣੀ ਦੇ ਅੰਦਰ ਇਸ ਪੰਕਤੀ ਦੇ ਅੰਦਰ ਇਹਦਾ ਖੁਲਾਸਾ ਬੜਾ ਵੱਡਾ ਕੀਤਾ ਗਿਆ ਕਿ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਐ। ਕਹਿਣ ਲੱਗੇ ਦੁਨੀਆ ਦੇ ਵਿੱਚ ਰਹਿ ਕੇ ਸੇਵ ਕਮਾਣੀ ਹੈ। ਤੇ ਗੁਰਮੁਖੋ ਜਦੋਂ ਸੇਵਾ ਦਾ ਪ੍ਰਕਰਨ ਚੱਲੇ, ਅਸੀਂ ਕੁਝ ਕੁ ਚੀਜ਼ਾਂ ਨੂੰ ਸੇਵਾ ਮੰਨਦੇ ਹਾਂ। ਜਿਵੇਂ ਗੁਰਦੁਆਰਾ ਸਾਹਿਬ ਆਏ, ਇਸੇ ਕੁਝ ਚੀਜ਼ਾਂ ਨੇ, ਜਿਵੇਂ ਝਾੜੂ ਦੇਣਾ ਜਾਂ ਪੋਚਾ ਲਾਣਾ ਜਾਂ ਦਰੀਆਂ ਝਾੜਨੀਆਂ, ਜੋੜਿਆਂ ਆਦਿਕ ਦੀ ਸੇਵਾ, ਲੰਗਰ ਦੀ ਸੇਵਾ, ਇਤ ਆਦਿਕ ਅਸੀਂ ਇਸ ਨੂੰ ਮੰਨਦੇ ਹਾਂ। ਪਰ ਗੁਰਬਾਣੀ ਅੰਦਰ ਬੋਲ ਆਏ ਕਿ ਵਿੱਚ ਦੁਨੀਆ ਸੇਵ ਕਮਾਈਏ, ਦੁਨੀਆ ਦੇ ਵਿੱਚ ਰਹਿ ਕੇ ਸੇਵ ਕਮਾਣੀ ਹੈ। ਤੇ ਗੁਰਮੁਖੋ ਜਦੋਂ ਸੇਵਾ ਦੀ ਗੱਲ ਆਵੇ ਤਾਂ ਸੇਵਾ ਤੋਂ ਭਾਵ ਜਿਹੜਾ ਵਿਦਵਾਨ ਜਿਨ੍ਹਾਂ ਨੇ ਇਹਦੇ ਅਰਥ ਕੀਤੇ ਨੇ
ਉਹ ਇਹ ਨੇ ਕਿ ਆਪਣੇ ਲਾਲਚ ਤੋਂ, ਸਵਾਰਥ ਤੋਂ ਉੱਪਰ ਉੱਠ ਕੇ ਜਿਹੜਾ ਕੰਮ ਕੀਤਾ ਜਾਏ ਉਸ ਨੂੰ ਸੇਵਾ ਕਹਿੰਦੇ ਆ। ਮੈਂ ਇੱਕ ਵਾਰ ਫਿਰ ਦੁਹਰਾ ਦਿਆਂ, ਆਪਣੇ ਲਾਲਚ ਤੋਂ, ਸਵਾਰਥ ਤੋਂ ਉੱਪਰ ਉੱਠ ਕੇ ਜਿਹੜਾ ਕੰਮ ਕੀਤਾ ਜਾਏ ਉਸ ਨੂੰ ਸੇਵਾ ਕਿਹਾ ਜਾਂਦਾ ਹੈ। ਜਿਹਦੇ ਵਿੱਚ ਕੋਈ ਲਾਲਚ ਨਾ ਹੋਵੇ, ਜਿਹਦੇ ਵਿੱਚ ਕੋਈ ਸਵਾਰਥ ਨਾ ਹੋਵੇ, ਉਹ ਕੀਤਾ ਹੋਇਆ ਕੰਮ ਹੀ ਅਸਲ ਵਿੱਚ ਸੇਵਾ ਅਖਵਾਉਂਦਾ ਹੈ। ਹੁਣ ਜੇ ਮਨ ਵਿੱਚ ਲਾਲਚ ਵੀ ਹੋਵੇ, ਮਨ ਵਿੱਚ ਲੋਭ ਵੀ ਹੋਵੇ, ਤੇ ਮਨੁੱਖ ਲੋਭ ਤੇ ਲਾਲਚ ਵਸ ਹੋਇਆ ਜਿਹੜਾ ਸੇਵਾ ਕਰੇ, ਮੇਰੇ ਸਤਿਗੁਰੂ ਮਹਾਰਾਜ ਕਹਿੰਦੇ ਅਜਿਹੀ ਸੇਵਾ ਗੁਰੂ ਨੂੰ ਪ੍ਰਵਾਨ ਨਹੀਂ ਹੈ। ਕਿਉਂਕਿ ਮੇਰੇ ਪਾਤਸ਼ਾਹ ਦੇ ਬੜੇ ਪਿਆਰੇ ਬੋਲ ਨੇ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਕਹਿਣ ਲੱਗੇ ਪਿਆਰਿਆ, ਤੇਰੀ ਸੇਵਾ ਕੀਤੀ ਉਹ ਪ੍ਰਵਾਨ ਹੈ, ਗੁਰੂ ਦਾ ਮਨ ਮੰਨ ਜਾਏ, ਗੁਰੂ ਦਾ ਮਨ ਤੇਰੇ ਤੇ ਰੀਝ ਜਾਏ, ਗੁਰੂ ਤੇਰੇ ਤੇ ਪ੍ਰਸੰਨ ਹੋ ਜਾਏ। ਪੁੱਛੀਏ ਜੀ, ਜੇ ਸਾਡੀ ਕੀਤੀ ਸੇਵਾ ਤੇ ਗੁਰੂ ਪ੍ਰਸੰਨ ਹੋ ਜਾਂਦਾ ਹੈ, ਇਹਦਾ ਫਲ ਕੀ ਮਿਲਦਾ ਹੈ? ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੈ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਗੁਰਮੁਖਾ ਯਾਦ ਰੱਖੀ ਇਹ ਗੱਲ, ਜਦੋਂ ਗੁਰੂ ਤੇਰੇ ਤੇ ਪ੍ਰਸੰਨ ਹੋ ਗਿਆ, ਤੇਰੇ ਕਰੋੜਾਂ ਪਾਪਾਂ ਦਾ ਨਾਸ਼ ਵੀ ਗੁਰੂ ਕਰ ਦੇਗਾ। ਹੋਰ ਬੜੇ ਪਿਆਰੇ ਬੋਲ ਆਏ ਕਿ ਸਤਿਗੁਰ ਕੀ ਸੇਵਾ ਸਫਲ ਹੈ, ਪਰ ਇਹਦੇ ਵਿੱਚ ਇੱਕ ਸ਼ਰਤ ਰੱਖ ਦਿੱਤੀ ਗੁਰੂ ਸਾਹਿਬ ਜੀ ਨੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ ਦੀ ਗੱਲ ਗੁਰੂ ਸਾਹਿਬ ਨੇ ਕੀਤੀ। ਪਿਆਰਿਆ, ਚਿੱਤ ਲਾ ਕੇ ਸੇਵਾ ਕਰੀ। ਖਿਮਾ ਕਰਿਓ ਜੇ ਅਸੀਂ ਕਰਨ ਤਾਂ ਸੇਵਾ ਡਏ ਹੁੰਦੇ ਆ, ਧਿਆਨ ਪਤਾ ਨਹੀਂ ਸਾਡਾ ਕਿੱਥੇ ਦਾ ਕਿੱਥੇ ਟਿਕਿਆ ਹੁੰਦਾ ਹੈ। ਮਨੁੱਖ ਸੇਵਾ ਦੇ ਵਿੱਚ ਚਿੱਤ ਜਾਂ ਸੇਵਾ ਦੇ ਵਿੱਚ ਮਨ ਬਹੁਤ ਘੱਟ ਲਾਉਂਦਾ ਹੈ। ਮੇਰੇ ਸਤਿਗੁਰੂ ਕਹਿੰਦੇ ਚਿੱਤ ਦੇ ਵਿੱਚ ਮਨ ਕਰਕੇ ਜੇ ਤੂੰ ਸੇਵਾ ਕਮਾ ਲਵੇਂ ਤਾਂ ਕੀ ਇਹਦਾ ਫਲ ਮਿਲੇਗਾ? ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੈ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੈ। ਦੂਜਾ ਪ੍ਰਮਾਣ ਸੀ ਸਤਿਗੁਰੂ ਮਹਾਰਾਜ ਜੀ ਦਾ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ। ਅਗਲੀ ਗੱਲ ਸਮਝਣ ਵਾਲੀ, ਹਉਮੈ ਵਿੱਚੋਂ ਜਾਏ। ਕਹਿਣ ਲੱਗੇ ਸੇਵਾ ਤੋਂ ਭਾਵ ਹੈ ਤੇਰੇ ਅੰਦਰ ਨਿਰਮਾਣਤਾ ਆ ਜਾਵੇ, ਹਉਮੈ ਦੂਰ ਹੋ ਜਾਏ, ਹਉਮੈ ਤੇਰੇ ਅੰਦਰੋਂ ਨਿਕਲ ਜਾਏ, ਤੇਰੀ ਸੇਵਾ ਕੀਤੀ ਹੋਈ ਗੁਰੂ ਨੂੰ ਪ੍ਰਵਾਨ ਹੋ ਜਾਏਗੀ। ਆਓ ਜਦੋਂ ਅਸੀਂ ਥੋੜਾ ਜਿਹਾ ਇਤਿਹਾਸਕ ਪੱਖ ਨਾਲ ਲੈ ਲਈਏ ਤਾਂ ਗੱਲ ਪੂਰੀ ਪਕੜ ਵਿੱਚ ਆ ਜਾਂਦੀ ਹੈ, ਸਮਝ ਵਿੱਚ ਆ ਜਾਂਦੀ ਹੈ ਕਿ ਨਿਰਮਾਣਤਾ ਤੋਂ ਕੀ ਭਾਵ ਬਣਦਾ ਹੈ। ਜਾਂ ਇਉਂ ਕਹਿ ਲਓ ਕਿ ਹਉਮੈ ਹੰਕਾਰ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ। ਜਿਸ ਪਾਤਸ਼ਾਹ ਜੀ ਦਾ ਅਸੀਂ ਪਾਵਨ ਪਵਿੱਤਰ ਸ਼ਬਦ ਅੱਜ ਵਿਚਾਰ ਰਹੇ ਹਾਂ, ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਗੁਰਮੁਖੋ ਉਹਨਾਂ ਦੀ ਨਿਰਪਾਣਤਾ ਵੱਲੇ ਜੇ ਵੇਖੀਏ, ਕਈ ਵਾਰ ਸਾਖੀ ਆਪ ਜੀ ਨੇ ਸਰਵਣ ਕੀਤੀ ਕਿ ਗੁਰੂ ਅਮਰਦਾਸ ਮਹਾਰਾਜ ਜੀ ਸਿੰਘਾਸਨ ਤੇ ਬੈਠੇ ਨੇ, ਗੁਰੂ ਅੰਗਦ ਦੇਵ ਜੀ ਦੇ ਪੁੱਤਰ ਆ ਕੇ ਉਹਨਾਂ ਨੂੰ ਲੱਤ ਮਾਰਦੇ ਨੇ ਤੇ ਸਤਿਗੁਰਾਂ ਨੂੰ ਸਿੰਘਾਸਨ ਤੋਂ ਥੱਲੇ ਸੁੱਟ ਦਿੰਦੇ ਹਨ, ਤੇ ਗੁਰੂ ਅਮਰਦਾਸ ਮਹਾਰਾਜ ਜੀ ਉਸ ਦੇ ਪੈਰ ਚਰਨ ਪਕੜ ਕੇ ਕਹਿੰਦੇ ਨੇ, ਇੱਕ ਤਾਂ ਮੇਰਾ ਸਰੀਰ ਬਿਰਧ ਹੋ ਗਿਆ ਹੈ। ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਗੁਰੂ ਸਾਹਿਬ ਨੇ ਕਿਹਾ ਕਿ ਤਾਂ ਮੇਰਾ ਸਰੀਰ ਬਿਰਧ ਹੋ ਚੁੱਕਿਆ ਹੈ, ਉਮਰ ਵਡੇਰੀ ਹੋ ਚੁੱਕੀ ਹੈ, ਹੁਣ ਤਾਂ ਹੱਡੀਆਂ ਨਜ਼ਰ ਆਉਂਦੀਆਂ, ਕਿਤੇ ਕੋਮਲ ਚਰਨਾਂ ਨੂੰ ਤੁਹਾਡੇ ਨੂੰ ਕਿਤੇ ਚੋਟ ਤਾਂ ਨਹੀਂ ਲੱਗ ਗਈ? ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਕੇ ਬਾਬਾ ਦਾਤੂ ਨੇ ਕਿਹਾ, ਮਹਾਰਾਜ ਅਸਲ ਵਿੱਚ ਜਿਹੜੇ ਸਾਡੇ ਪਿਤਾ ਜੀ ਵੱਲੋਂ ਦਾਤ ਪ੍ਰਾਪਤ ਹੋਈ ਹੈ ਨਾ ਗੁਰਿਆਈ ਦੀ, ਇਸੇ ਕਰਕੇ ਹੀ ਹੋ ਗਈ। ਹਾਂ ਗੁਣ ਸਾਡੇ ਵਿੱਚ ਨਹੀਂ ਸੀ ਆਏ, ਜਿਹੜੇ ਗੁਣ ਤੁਹਾਡੇ ਵਿੱਚ ਆ ਗਏ। ਅਸੀਂ ਗੁਰੂ ਦੇ ਪੁੱਤਰ ਤਾਂ ਜ਼ਰੂਰ ਰਹੇ, ਆਪਣਾ ਉਸ ਨੂੰ ਪਿਤਾ ਤਾਂ ਮੰਨਦੇ ਰਹੇ, ਪਰ ਜੇ ਕਿਤੇ ਉਸ ਦੇ ਬੋਲਾਂ ਨੂੰ ਕਮਾ ਲੈਂਦੇ ਦਾਤਾ, ਅਸੀਂ ਵੀ ਰਹਿਮਤਾਂ ਦੇ ਪਾਤਰ ਬਣ ਜਾਂਦੇ। ਪਰ ਅਸੀਂ ਬੋਲ ਨਾ ਕਮਾਏ, ਉਹਨਾਂ ਦੇ ਬਚਨ ਨਾ ਕਮਾਏ, ਜਿੰਨਾ ਕਮਾਲ ਹੈ ਆਪਣੇ ਜੀਵਨ ਦੇ ਵਿੱਚ, ਤੇ ਅੱਜ ਸਿੰਘਾਸਨ ਤੇ ਵੀ ਤੁਸੀਂ ਸੁਭਾਏਮਾਨ ਹੋ। ਸੇਵਾ ਦਾ ਪ੍ਰਕਰਨ ਚੱਲਦਿਆਂ ਹੋਇਆਂ ਥੋੜਾ ਜਿਹਾ ਅੱਗੇ ਚੱਲੀਏ, ਕਿਉਂ ਅਸੀਂ ਇੱਥੇ ਖੜ ਗਏ। ਅਸੀਂ ਕੇਵਲ ਬਾਹਰੀ ਤੌਰ ਤੇ ਚੱਲ ਰਹੀ ਸੇਵਾ, ਮੈਂ ਉਹ ਤੋਂ ਮੁਨਕਰ ਨਹੀਂ, ਔਰ ਨਾ ਹੀ ਮੈਂ ਇਹ ਕਹਾਂਗਾ ਕਿ ਸੇਵਾ ਨਹੀਂ ਕਰਨੀ। ਇਹ ਵੀ ਮੇਰੀ ਬੇਨਤੀ ਨੂੰ ਸਮਝ ਲੈਣਾ। ਗੁਰਮੁਖੋ, ਉਹ ਸੇਵਾ ਜ਼ਰੂਰੀ ਹੈ, ਪਰ ਮੇਰੇ ਪਾਤਸ਼ਾਹ ਨੇ ਗੁਰਬਾਣੀ ਅੰਦਰ ਇੱਕ ਬੜਾ ਪਿਆਰਾ ਬਚਨ ਕਿਹਾ, ਕਹਿਣ ਲੱਗੇ, ਗੁਰ ਕੀ ਸੇਵਾ ਆ ਭਾਈ ਜੇ ਕਰਨੀ ਹੈ ਤੇ ਪਹਿਲਾਂ ਇਹਨੂੰ ਕਰ, ਫਿਰ ਅਗਲੀ ਸੇਵਾ ਦੀ ਸਮਝ ਆ ਜਾਏਗੀ। ਕਿਹੜੀ ਸੇਵਾ? ਮਹਾਰਾਜ ਕਹਿੰਦੇ, ਗੁਰ ਕੀ ਸੇਵਾ ਸ਼ਬਦ ਵਿਚਾਰ। ਗੁਰਮੁਖਾ ਯਾਦ ਰੱਖੀ, ਗੁਰੂ ਦੀ ਸੇਵਾ ਦੀ ਸਮਝ ਉਸ ਦਿਨ ਆਉਣੀ ਜਿਸ ਦਿਨ ਤੈਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਦਾ ਪਤਾ ਚੱਲ ਜਾਏਗਾ ਕਿ ਗੁਰੂ ਕਹਿਣਾ ਕੀ ਚਾਹੁੰਦਾ ਹੈ। ਜਦੋਂ ਗੁਰੂ ਦੇ ਕਹਿਣ ਦੀ ਗੱਲ ਸਮਝ ਵਿੱਚ ਆ ਜਾਵੇਗੀ, ਸੇਵਾ ਦਾ ਵੀ ਤੈਨੂੰ ਸਮਝ ਆ ਜਾਏਗੀ। ਪਰ ਅਸੀਂ ਪਤਾ ਕੀ ਬਣਾ ਦਿੱਤਾ? ਅਸੀਂ ਕੇਵਲ ਤੇ ਕੇਵਲ ਇਹ ਦਰਸਾਇਆ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਦਾ ਕਿ ਗੁਰੂ ਅੰਗਦ ਦੇਵ ਜੀ ਨੂੰ ਕੇਵਲ ਇਸ਼ਨਾਨ ਕਰਾਉਣ ਦੀ ਸੇਵਾ ਤਾਂ ਅਸੀਂ ਲੈ ਲਈ, ਪਰ ਗੁਰਮੁਖੋ ਇਸ ਤੋਂ ਅੱਗੇ ਪਤਾ ਨਹੀਂ ਕੀ ਹੋ ਗਿਆ, ਅਸੀਂ ਇਸ ਤੋਂ ਅੱਗੇ ਚੱਲੇ ਹੀ ਨਹੀਂ। ਕਿ ਗੁਰੂ ਅਮਰਦਾਸ ਮਹਾਰਾਜ ਜੀ
ਜਿਹੜੇ ਲੰਮਾ ਸਮਾਂ ਭਟਕਦੇ ਰਹੇ ਤੇ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆ ਕੇ ਗੁਰਤਾ ਗੱਦੀ ਨੂੰ ਪ੍ਰਾਪਤ ਕਰਦੇ ਆ। ਤੇ ਗੁਰਮੁਖੋ ਕਿਹੜੀ ਸੇਵਾ ਸੀ? ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਰਹਿ ਕੇ ਜੋ ਗੁਰੂ ਨਾਨਕ ਸਾਹਿਬ ਦਾ ਸਿਧਾਂਤ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ, ਭਗਤ ਸਾਹਿਬਾਨਾਂ ਦੀ ਬਾਣੀ ਗੁਰੂ ਅੰਗਦ ਦੇਵ ਜੀ ਆਪਣੇ ਕੋਲ ਬਿਠਾ ਕੇ ਕਹਿੰਦੇ ਸੀ, ਗੁਰਮੁਖਾਂ ਇਹਨਾਂ ਬਚਨਾਂ ਨੂੰ ਦ੍ਰਿੜ ਕਰ ਆਪਣੇ ਹਿਰਦੇ ਅੰਦਰ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਨਾਂ ਦੇ ਬਚਨਾਂ ਨੂੰ ਦ੍ਰਿੜ ਕੀਤਾ ਤਾਂ ਦੂਸਰੀ ਸੇਵਾ ਵੀ ਪ੍ਰਵਾਨ ਹੋ ਗਈ। ਪਰ ਸਾਡੀ ਖਿਮਾ ਕਰਿਓ, ਅਸੀਂ ਸੇਵਾ ਦੇ ਨਾਲ ਨਾਲ ਹਉਮੈ ਵੀ ਮਨੁੱਖ ਦੀ ਵੱਧਦੀ ਜਾ ਰਹੀ ਹੈ। ਮੇਰੀ ਬੇਨਤੀ ਨੂੰ ਆਪ ਜੀ ਨੇ ਸਮਝਣ ਦੀ ਕੋਸ਼ਿਸ਼ ਕਰਨੀ ਕਿ ਜਦੋਂ ਮਨੁੱਖ ਦੇ ਅੰਦਰ ਇਹ ਭਾਵਨਾ ਆ ਜਾਵੇਗੀ ਕਿ ਸਮਾਜ ਅੰਦਰ ਵਿਚਰਦਿਆਂ ਹੋਇਆਂ ਮੈਂ ਸੇਵਾ ਇਸ ਤਰ੍ਹਾਂ ਕਰਨੀ ਹੈ ਜਿਹਦੇ ਵਿੱਚ ਮੇਰਾ ਲੋਭ, ਮੇਰਾ ਲਾਲਚ, ਮੇਰਾ ਕੋਈ ਸਵਾਰਥ ਨਾ ਹੋਵੇ। ਮੇਰੇ ਸਤਿਗੁਰੂ ਕਹਿੰਦੇ ਆ ਕਰ ਸੇਵਾ, ਫਿਰ ਭਾਵੇਂ ਜਿਹਦੀ ਮਰਜ਼ੀ ਮਨੁੱਖਤਾ ਦੀ ਸੇਵਾ, ਭਾਵੇਂ ਤੂੰ ਹਸਪੀਟਲ ਬਣਾ ਕੇ ਕਰ, ਭਾਵੇਂ ਤੂੰ ਕਿਸੇ ਨੂੰ ਜੋੜਾ ਦੇਣ ਦੀ ਸੇਵਾ ਕਰ, ਭਾਵੇਂ ਤੂੰ ਲੰਗਰ ਦੀ ਸੇਵਾ ਕਰ, ਕੋਈ ਵੀ ਕਰੇ, ਪਰ ਇੱਕ ਹਉਮੈ ਅੰਦਰ ਬੈਠੀ ਹੁੰਦੀ ਮੈਨੂੰ ਖਿਤਾਬ ਮਿਲ ਜਾਏ ਕੋਈ ਨਾ ਕੋਈ। ਖਿਤਾਬ ਲੈਣ ਵਾਸਤੇ ਬੜੇ ਅਸੀਂ ਤਿਆਰ ਰਹਿੰਦੇ ਹਾਂ ਵੀ ਮੈਂ ਜੇ ਸੇਵਾ 4 ਦਿਨ ਲੰਗਰ ਦੀ ਕਰ ਦਿੱਤੀ ਜਾਂ ਕਰਵਾ ਦਿੱਤੀ ਤੇ ਸਾਡੇ ਮਨ ਵਿੱਚ ਲਾਲਚ ਪੈਦਾ ਹੋ ਗਿਆ, ਤੇ ਲਾਲਚ ਵੀ ਪੈਦਾ ਹੋ ਗਿਆ ਤੇ ਉਸ ਨੂੰ ਅੱਗੋਂ ਸਮਝਣ ਦੀ ਵੀ ਕਿਸੇ ਨੇ ਕੋਸ਼ਿਸ਼ ਨਾ ਕੀਤੀ। ਅਸੀਂ ਲੰਗਰ ਦੀ ਸੇਵਾ ਕਰਾ ਕੇ ਤੇ ਮਾਤਾ ਖੀਵੀ ਬਣ ਤੱਕ ਚਲੇ ਗਏ। ਅਸੀਂ ਸਮਝਿਆ ਸ਼ਾਇਦ ਲੰਗਰ ਦੀ ਸੇਵਾ ਕਰਾਉਣ ਨਾਲ ਅਸੀਂ ਮਾਤਾ ਖੀਵੀ ਵਾਲਾ ਖਿਤਾਬ ਪ੍ਰਾਪਤ ਕਰ ਜਾਵਾਂਗੇ। ਗੁਰਮੁਖੋ ਯਾਦ ਰੱਖਿਓ ਜੇ ਮਾਤਾ ਖੀਵੀ ਵਰਗੀ ਕੇਵਲ ਮਾਤਾ ਖੀਵੀ ਹੀ ਹੋ ਸਕਦੀ ਹੈ, ਜਿਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸੱਤਾ ਤੇ ਬਲਵੰਡ ਜੀ ਨੇ ਕੀਤਾ। ਕਹਿਣ ਲੱਗੇ ਖੀਵੀ ਬਲਵੰਡ, ਖੀਵੀ ਨੇਕ ਜਨ, ਜਿਨ ਬਹੁਤੀ ਸ਼ਾਉ ਪਤਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ। ਕਹਿਣ ਲੱਗੇ ਆਪਣੇ ਹੱਥੀ ਸੇਵਾ ਕਰਨ ਵਾਲੀ ਮਾਤਾ ਖੀਵੀ ਜੀ। ਪਰ ਖਿਮਾ ਕਰਿਓ, ਇੱਥੇ ਪਤਾ ਕਿਵੇਂ ਸੇਵਾ ਹੋਈ? ਜਦੋਂ ਕਿ ਥੋੜਾ ਜਿਹਾ ਇਸ ਤਰ੍ਹਾਂ ਦਾ ਕਿਸੇ ਨੇ ਸ਼ੁਰੂਆਤ ਕੀਤੀ ਵੀ ਚਲੋ ਇੱਕ ਵਾਰ ਸਾਰੇ ਰਲ ਕੇ ਸੇਵਾ ਕਰ ਲਵੋ, ਤੇ ਉਸ ਸੇਵਾ ਦੇ ਵਿੱਚ ਕੀ ਹੋਇਆ? ਮੈਂ ਇਹ ਜ਼ਿਆਦਾ ਵਿਸ਼ਾ ਨਹੀਂ ਲੈਣਾ ਚਾਹੁੰਦਾ, ਨਾ ਮੇਰਾ ਇਹ ਪ੍ਰਕਰਨ ਹੈ, ਪਰ ਮੈਂ ਬੇਨਤੀ ਜ਼ਰੂਰ ਕਰਾਂਗਾ ਇੱਕ ਕਿ ਮੀਡੀਆ ਦੇ ਵਿੱਚ ਆ ਕੇ ਇੱਕ ਮਟਰ ਹੱਥ ਵਿੱਚ ਲੈ ਕੇ ਉਹ ਮਟਰ ਕੱਢਦਾ ਹੋਇਆ ਮਨੁੱਖ ਵਿਖਾਇਆ ਗਿਆ, ਕੈਮਰਾ ਉਹਦੇ ਉੱਤੇ ਲਾ ਦਿੱਤਾ ਗਿਆ, ਵੇਖੋ ਜੀ ਸੇਵਾ ਕਰ ਰਹੇ ਨੇ। ਤੇ ਜਦੋਂ ਹੀ ਟੀਵੀ ਦਾ ਅੱਗੋਂ ਕੈਮਰੇ ਵਾਲੇ ਵੀਰ ਨੇ ਕੈਮਰਾ ਪਾਸੇ ਕੀਤਾ, ਜਿਹੜੇ 2 ਮਟਰ ਵਿੱਚੋਂ ਨਿਕਲੇ ਸੀ ਉਹੀ ਬਸ ਥੱਲੇ ਸੁੱਟੇ, ਬਾਕੀ ਵਿੱਚੇ ਰਹਿਣ ਦਿੱਤੇ। ਇੰਨੀ ਕੁ ਸੇਵਾ ਹੈ। ਅਸੀਂ ਕੇਵਲ ਫੋਟੋ ਲਵਾ ਕੇ ਅਖਬਾਰ ਵਿੱਚ ਦੇਣਾ ਚਾਹੁੰਦੇ ਹਾਂ ਤਾਂ ਕਿ ਪਤਾ ਲੱਗ ਜਾਏ ਵੀ ਆਹ ਦੇਖੋ ਜੀ ਕਿੰਨੀ ਲੰਗਰ 'ਚ ਸੇਵਾ ਕਰਦੇ ਪਏ ਨੇ। ਪਰ ਯਾਦ ਰੱਖੀ ਗੁਰਮੁਖਾਂ, ਇਹ ਸਾਰਾ ਕੁਝ ਕੇਵਲ ਲੋਕ ਵਿਖਾਵੇ ਵਾਸਤੇ ਹੋ ਰਿਹਾ ਹੈ, ਪਰ ਗੁਰੂ ਅੰਦਰ ਜਾਣਦਾ ਪਿਆ ਇਹਦੇ ਅੰਦਰ ਭਾਵਨਾ ਕਿੰਨੀ ਕੁ ਹੈ, ਤੇ ਅੰਦਰ ਸੇਵਾ ਦੀ ਤੜਪ ਕਿੰਨੀ ਕੁ ਹੈ। ਇਸ ਗੱਲ ਨੂੰ ਗੁਰੂ ਚੰਗੀ ਤਰ੍ਹਾਂ ਜਾਣਦਾ, ਉਹਦੇ ਤੋਂ ਕੁਝ ਲੁਕਾਇਆ ਨਹੀਂ ਜਾ ਸਕਦਾ। ਮੇਰੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਗੁਰੂ ਦੀ ਦੱਸੀ ਹੋਈ ਸੇਵਾ ਨੂੰ ਜਦੋਂ ਕੋਈ ਆਪਣੇ ਜੀਵਨ ਵਿੱਚ ਕਮਾਉਂਦਾ ਹੈ ਤੇ ਗੁਰੂ ਦੀਆਂ ਰਹਿਮਤਾਂ ਉਸ ਜੀਵ ਦੇ ਉੱਤੇ ਬਹੁਤ ਜ਼ਿਆਦੀਆਂ ਵਰਤਦੀਆਂ ਨੇ। ਮੈਂ ਬੇਨਤੀ ਇੱਥੋਂ ਲੈ ਕੇ ਆਇਆ ਸੀ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਪੜ੍ਹ ਕੇ ਦੇਖੋ ਗੁਰਮੁਖੋ, ਕੇਵਲ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਕਰਨ ਦੀ ਕੱਲੀ ਸੇਵਾ ਨਹੀਂ, ਗੁਰਬਾਣੀ ਦਾ ਇੱਕ ਇੱਕ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਵਿੱਚ ਕਮਾਇਆ ਹੈ। ਅਸੀਂ ਤਾਂ ਵੈਸੇ ਇਤਿਹਾਸ ਨੂੰ ਇਹਨਾਂ ਵਿਗਾੜਨ ਦੀ ਕੋਸ਼ਿਸ਼ ਕੀਤੀ ਔਰ ਵਿਗਾੜ ਦਿੱਤਾ ਗਿਆ। ਪਤਾ ਨਹੀਂ ਕਿਹੜੇ ਲੋਕ ਨੇ ਜਿਹੜੇ ਕਹਿੰਦੇ ਹੁਣ ਸੁਧਾਰ ਕਰਨਾ ਅਸੀਂ ਇਤਿਹਾਸ ਦਾ, ਪਤਾ ਨਹੀਂ ਕਿਦਾਂ ਦਾ ਕਰੇ, ਇਹ ਤਾਂ ਵਾਹਿਗੁਰੂ ਪਰਮਾਤਮਾ ਜਾਣਦਾ ਹੈ। ਪਰ ਇਤਿਹਾਸ ਵਿਗਾੜਿਆ ਇੰਨਾ ਗਿਆ। ਆਖੇ ਜੀ ਗੁਰੂ ਅਮਰਦਾਸ ਮਹਾਰਾਜ ਜੀ 12 ਸਾਲ ਸੇਵਾ ਕੀਤੀ ਤੇ 12 ਸਰੂਪੇ ਉਹਨਾਂ ਨੂੰ ਮਿਲਦੇ ਰਹੇ। ਹਰ ਸਾਲ ਸਰੂਪਾਓ ਮਿਲਦਾ ਰਿਹਾ। ਜਿਹੜਾ ਸਰੂਪਾਓ ਮਿਲਿਆ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਸੀਸ ਦੇ ਉੱਪਰ ਬੰਨਣਾ ਕੀਤਾ। 12 ਸਾਲਾਂ ਬਾਅਦ ਜਦੋਂ ਸਤਿਗੁਰੂ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇਣ ਦੀ ਗੱਲ ਆਈ ਤੇ ਕਹਿਣ ਲੱਗੇ, ਜਦੋਂ ਉਹਨਾਂ ਨੇ ਆਪਣੇ ਸਿਰ ਦੇ ਉੱਪਰੋਂ ਉਹ 12 ਸਰੂਪੇ ਉਤਾਰੇ ਤੇ 12 ਸਰੂਪਿਆਂ ਦੇ ਨਾਲ ਹੀ ਗੁਰੂ ਸਾਹਿਬ ਦੇ ਕੇਸ ਵੀ ਨਾਲ ਆ ਗਏ। ਵੈਸੇ ਜ਼ਬਾਨ ਨਹੀਂ ਸਾਡੀ ਕਹਿੰਦੀ ਵੀ ਅਸੀਂ ਇਹੋ ਜਿਹੇ ਸ਼ਬਦ ਬੋਲੀਏ, ਪਰ ਕੀ ਕਰੀਏ ਜਦੋਂ ਇਤਿਹਾਸ 'ਚ ਮਿਲਗੋਭਾ ਇਹਨਾਂ ਕਰਕੇ ਤੇ ਸਟੇਜਾਂ ਤੇ ਇਹ ਕੁਝ ਸੁਣਾਇਆ ਜਾ ਰਿਹਾ। ਫਿਰ ਕਹਿੰਦੇ ਜੀ ਜਿਹੜੇ ਕੋ ਰੱਦ ਨਹੀਂ ਹੋ ਰਿਹਾ। ਅਸਲ 'ਚ ਗੁਰਮਤਿ ਸਿਧਾਂਤ ਦੀ ਗੱਲ ਸਮਝ ਵਿੱਚ ਹੁਣ ਆਉਣੀ ਸ਼ੁਰੂ ਹੋਈ ਆ ਜਦੋਂ ਗੁਰਬਾਣੀ ਦੇ ਅਰਥ ਭਾਵ ਸਮਝਣ ਵਿੱਚ ਆਏ। ਪਤਾ ਹੋਇਆ ਕਿ ਲੰਮਾ ਸਮਾਂ ਤੇ ਗੁਰਬਾਣੀ ਨੂੰ ਕੇਵਲ ਅਸੀਂ ਰੁਮਾਲੀਆਂ ਦੇ ਵਿੱਚ ਢੱਕ ਕੇ ਤੇ ਕੇਵਲ ਪਾਠ ਤੱਕ ਸੀਮਤ ਰਹਿ ਗਏ, ਵਿਚਾਰ ਦਾ ਤੇ ਉਪਰਾਲਾ ਹੀ ਨਾ ਕੀਤਾ ਗਿਆ। ਪਰ ਜੇ ਇਹ ਉਪਰਾਲਾ ਕੀਤਾ ਗਿਆ ਪੂਰੇ ਵਰਲਡ ਵਿੱਚ, ਪੂਰੇ ਵਿਸ਼ਵ ਦੇ ਵਿੱਚ ਜੇ ਇਹ ਗੱਲ ਚੱਲੀ ਕਿ ਪਿਆਰ ਵਾਲਿਓ ਗੁਰਦੁਆਰਾ ਬੰਗਲਾ ਸਾਹਿਬ ਤੋਂ ਜੋ ਕਥਾ ਲਾਈਵ ਆਉਂਦੀ ਹੈ, ਸ਼ਬਦ ਦੀ ਵਿਚਾਰ ਸ਼ੁਰੂ ਹੋਈ
ਤੇ ਬਹੁਤ ਐਸੇ ਵੀਰ ਮਿਲਦੇ ਨੇ ਜਿਹੜੇ ਕਹਿੰਦੇ ਜੀਵਨ ਦੇ ਵਿੱਚ ਪਤਾ ਅੱਧ ਚੱਲਿਆ ਕਿ ਅਸੀਂ ਤਾਂ ਕੇਵਲ ਪਾਠ ਕਰਨ ਤੱਕ ਹੀ ਸੀਮਿਤ ਸੀ ਜਾਂ ਕਰਾਉਣ ਤੱਕ ਸੀਮਿਤ ਸੀ ਕਿ ਐਡਾ ਵੱਡਾ ਖਜ਼ਾਨਾ ਅਸੀਂ ਖੋਲ ਕੇ ਕਦੇ ਨਹੀਂ ਵੇਖਿਆ। ਪਰ ਜਦੋਂ ਖੋਲ ਕੇ ਵਿਖਾ ਦਿੱਤਾ ਗਿਆ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ। ਕਹਿਣ ਲੱਗੇ ਅੱਜ ਸਮਝ ਆ ਗਈ ਐਡਾ ਵੱਡਾ ਖਜ਼ਾਨਾ ਸੀ ਪਰ ਇਸ ਖਜ਼ਾਨੇ ਨੂੰ ਖੋਲਿਆ ਨਾ ਗਿਆ, ਦੱਸਿਆ ਨਾ ਗਿਆ। ਪਰ ਜਦੋਂ ਦੱਸਣ ਦੀ ਕੋਸ਼ਿਸ਼ ਕੀਤੀ ਗਈ ਤੇ ਈਰਖਾਲੂ ਲੋਕਾਂ ਨੇ ਉਹਨਾਂ ਨੇ ਕਿਹਾ ਨਹੀਂ ਅਸੀਂ ਲੋਕਾਂ ਤੱਕ ਗੱਲ ਪਹੁੰਚਾਉਣ ਹੀ ਨਹੀਂ ਦੇਣੀ। ਉਹਨਾਂ ਬੜੇ ਢੰਗ ਤਰੀਕੇ ਵਰਤੇ ਵੀ ਕਿਸੇ ਤਰੀਕੇ ਦੇ ਨਾਲ ਬੰਦ ਕੀਤਾ ਜਾਏ ਤਾਂ ਕਿ ਉਹ ਕਈਆਂ ਜਗ੍ਹਾ ਤੇ ਬੰਦ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। ਵੇਖੋ ਮੇਰੀ ਬੇਨਤੀ ਨੂੰ ਗੁਰਮੁਖੋ ਸਮਝਿਓ ਜੇ ਕਿਸੇ ਦੇ ਨਾਲ ਨਿੱਜੀ ਤੌਰ ਤੇ ਕਿਸੇ ਦਾ ਕੋਈ ਵੀ ਵਿਵਾਦ ਹੋ ਸਕਦਾ ਹੈ ਪਰ ਜਿੱਥੇ ਗੁਰੂ ਦੀ ਬਾਣੀ ਦੀ ਗੱਲ ਆ ਜਾਏ, ਗੁਰੂ ਦੀ ਵਿਚਾਰ ਦੀ ਗੱਲ ਆ ਜਾਏ ਉਥੇ ਤਾਂ ਬੜਾ ਵੱਡਾ ਇਹ ਘੋਰ ਪਾਪ ਹੁੰਦਾ ਹੋਵੇਗਾ ਕਿ ਜਦੋਂ ਕੋਈ ਮਨੁੱਖ ਗੁਰੂ ਦੀ ਬਾਣੀ ਦੀ ਵਿਚਾਰ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਗੁਰੂ ਦੀ ਬਾਣੀ ਨੂੰ ਵਿਚਾਰ ਨੂੰ ਬੰਦ ਕਰਨ ਦੀ ਕੋਈ ਕੋਸ਼ਿਸ਼ ਕਰਦਾ ਹੈ ਤੇ ਸਮਝ ਲੈਣਾ ਚਾਹੀਦਾ ਇਹਦੇ ਅੰਦਰ ਈਰਖਾਲੂ ਕੇਵਲ ਮਨੁੱਖ ਵਾਸਤੇ ਨਹੀਂ, ਈਰਖਾ ਤੇ ਗੁਰੂ ਵਾਸਤੇ ਪੈਦਾ ਹੋਈ ਕਿਉਂਕਿ ਗੁਰੂ ਦੇ ਸ਼ਬਦ ਦੀ ਵਿਚਾਰ ਮਨੁੱਖਤਾ ਤੱਕ ਨਹੀਂ ਜਾਣ ਦੇਣਾ ਚਾਹੁੰਦੇ। ਮੈਂ ਆਪਣੇ ਪ੍ਰਕਰਨ ਵਿੱਚ ਹੀ ਰਹਾ ਬੇਨਤੀ ਇਹ ਕਰ ਰਿਹਾ ਸੀ ਗੁਰਮੁਖੋ ਜਦੋਂ ਅਸੀਂ ਗੁਰੂ ਦੇ ਕੋਲੇ ਆ ਕੇ ਇਹ ਸਮਝਦੇ ਹਾਂ ਤੇ ਫਿਰ ਪਤਾ ਚੱਲਦਾ ਫਿਰ ਅਜਿਹੀਆਂ ਗੱਲਾਂ ਸਾਨੂੰ ਸਮਝ ਵਿੱਚ ਆਉਂਦੀਆਂ ਨਹੀਂ। ਗੁਰੂ ਅਮਰਦਾਸ ਮਹਾਰਾਜ ਜੀ ਨੇ ਐਸਾ ਨਹੀਂ ਕੀਤਾ ਕਿ ਹਰ ਸਾਲ ਸਰੋਪਾ ਬੰਨ੍ਹਦੇ ਰਹੇ ਤੇ 12 ਸਾਲਾਂ ਬਾਅਦ ਸਰੋਪੇ ਉਤਾਰੇ ਤੇ ਕੇਸ ਨਾਲ ਆ ਗਏ। ਫਿਰ ਸਮਝ ਆਈ ਨਹੀਂ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਗੁਰਬਾਣੀ ਦਾ ਇੱਕ ਇੱਕ ਸ਼ਬਦ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਸੀ, ਇੱਕ ਇੱਕ ਬਚਨ ਆਪਣੇ ਜੀਵਨ ਵਿੱਚ ਕਮਾਇਆ ਸੀ ਤਾਂ ਪ੍ਰਵਾਨ ਚੜੇ ਸਨ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮ ਦਾ ਦਰ ਉਹਨੂੰ ਮਿਲਣਾ ਜਿਹੜਾ ਗੁਰੂ ਦੇ ਹੁਕਮ ਦੀ ਵਿੱਚ ਚੱਲੇਗਾ, ਗੁਰੂ ਦੇ ਹੁਕਮ ਨੂੰ ਆਪਣੇ ਜੀਵਨ ਦੇ ਵਿੱਚ ਕਮਾਣਾ ਕਰੇਗਾ, ਉਸ ਦਾ ਹੀ ਜੀਵਨ ਸਵਰਿਆ ਜਾ ਸਕਦਾ ਹੈ। ਉਸੇ ਉੱਤੇ ਗੁਰੂ ਮਹਾਰਾਜ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਹੋ ਸਕਦੀਆਂ ਨੇ। ਸਤਿਗੁਰੂ ਮਹਾਰਾਜ ਜੀ ਨੇ ਅੱਜ ਦਾ ਜੋ ਸ਼ਬਦ ਦਾ ਕੇਂਦਰ ਬਿੰਦੂ ਹੈ ਉਹ ਹੈ ਗੁਰ ਸੇਵਾ ਤੇ ਜਨ ਨਿਰਮਲ ਹੋਏ। ਇਹ ਰਹਾਉ ਵਾਲੀਆਂ ਤੁਕਾਂ। ਜਨ ਦਾ ਅਰਥ ਹੈ ਸੇਵਕ। ਸੇਵਕ ਜਿਹੜਾ ਹੈ ਗੁਰੂ ਦੀ ਦਸੀ ਹੋਈ ਸੇਵਾ ਕਰਕੇ ਨਿਰਮਲ ਹੋ ਜਾਂਦਾ ਹੈ। ਨਿਰਮਲ ਤੋਂ ਭਾਵ ਉਹਦੇ ਕਰਮ ਨਿਰਮਲ ਹੋ ਜਾਂਦੇ ਹੈ, ਉਹਦੇ ਕੰਮ ਨਿਰਮਲ ਹੋ ਜਾਂਦੇ, ਮੈਲ ਤੋਂ ਰਹਿਤ ਹੋ ਜਾਂਦੇ ਹੈ। ਹੁਣ ਉਹਦੇ ਹੱਥ ਜਿਹੜਾ ਕੰਮ ਕਰਨ ਉਹਦੇ ਹੱਥ ਨਿਰਮਲ ਭਾਵ ਕਿ ਉਹਦੇ ਹੱਥ ਗਲਤ ਕਲਮ ਨਹੀਂ ਚਲਾਉਂਦੇ, ਉਹਦੇ ਪੈਰ ਗਲਤ ਰਸਤੇ ਵਾਲੇ ਬਣੇ ਨਹੀਂ ਜਾਂਦੇ, ਉਹਦੀਆਂ ਅੱਖਾਂ ਪਰਾਇਆ ਰੂਪ ਨਹੀਂ ਤੱਕਦੀਆਂ, ਉਹਦੇ ਕੰਨ ਜਿਹੜੇ ਨੇ ਪਰਾਈ ਚੁਗਲੀ ਨਿੰਦਿਆ ਝੂਠ ਆਦਿਕ ਸੁਣਦੇ ਨਹੀਂ। ਉਹਨੇ ਗੁਰੂ ਦੀ ਦਸੀ ਸੇਵਾ ਕਰ ਲਈ। ਕਹਿਣ ਲੱਗੇ ਨਿਰਮਲ ਜਨ ਹੋ ਗਿਆ, ਸੇਵਕ ਬਣ ਗਿਆ। ਕਹਿਣ ਲੱਗੇ ਸੇਵਕ ਦੀ ਵੀ ਬੜੀ ਵੱਡੀ ਪਰਿਭਾਸ਼ਾ ਹੈ। ਸੁਖਮਣੀ ਸਾਹਿਬ ਅੰਦਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਗੁਰ ਕੇ ਗ੍ਰਹਿ ਸੇਵਕ ਜੋ ਰਹਿ। ਉਹਦੀਆਂ ਸ਼ਰਤਾਂ ਨੇ ਕੁਝ ਗੁਰੂ ਅਮਰਦਾਸ ਮਹਾਰਾਜ ਜੀ ਨੇ ਦਰਸਾਈਆਂ ਨੇ ਕਿਉਂਕਿ ਸ਼ਬਦ ਆਇਆ ਜਨ, ਸ਼ਬਦ ਆਇਆ ਸੇਵਕ। ਮੇਰੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ। ਤੇ ਮੇਰੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਮਨ ਵੇਚੈ, ਕਿਹਦੇ ਅੱਗੇ ਵੇਚੇ ਬਈ ਮਾਨੋ, ਮਨ ਵੇਚੈ ਸਤਿਗੁਰ ਕੈ ਪਾਸ। ਤੇ ਫਿਰ ਇਹਦੇ ਬਦਲੇ ਮਿਲਦਾ ਕੀ ਤਿਸ ਸੇਵਕ ਕੇ ਕਾਰਜ ਰਾਸ। ਪਰ ਅਗਲੀ ਪੰਕਤੀ ਵੀ ਸਮਝ ਲਿਓ ਗੁਰਮੁਖੋ। ਕਹਿਣ ਲੱਗੇ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਪਿਆਰ ਵਾਲਿਓ ਕਿ ਸੇਵਾ ਕਰਤ ਹੋਏ ਨੇਹ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਹਿਣ ਲੱਗੇ ਪਰਮਾਤਮਾ ਸੁਆਮੀ ਮਾਲਕ ਪਰਮੇਸ਼ਰ ਅੰਦਰੋਂ ਹੀ ਮਿਲ ਪਿਆ, ਕਿਤੇ ਬਾਹਰੋਂ ਨਹੀਂ, ਨਾ ਬਾਹਰ ਜਾਣ ਦੀ ਕਿਤੇ ਲੋੜ ਪਈ। ਕਹਿਣ ਲੱਗੇ ਸੁਆਮੀ ਜਨ ਦੀ ਸਮਝ ਅੰਦਰੋਂ ਆ ਗਈ। ਕਦੋਂ ਆ ਗਈ? ਜਦੋਂ ਨਿਸ਼ਕਾਮਤਾ ਦੇ ਨਾਲ ਉਹਨੇ ਸੇਵਾ ਕਰਨਾ ਕੀਤੀ। ਅਸੀਂ ਤਾਂ ਕਾਮਨਾ ਅੰਦਰ ਰੱਖ ਰੱਖ ਕੇ ਕਰਦੇ ਹਨ। ਮੇਰੇ ਸਤਿਗੁਰੂ ਮਹਾਰਾਜ ਕਹਿੰਦੇ ਧਰਮੀ ਬੰਦਾ ਕਿਤੇ ਐਵੇਂ ਨਾ ਦਾਵਾ ਕਰੀ ਬੈਠੇ ਵੀ ਮੈਂ ਧਰਮ ਦੀ ਸੇਵਾ ਕਰਦਾ ਹੋਇਆ ਵੀ ਸ਼ਾਇਦ ਕੁਝ ਪ੍ਰਾਪਤ ਕਰ ਜਾਵਾਂਗਾ। ਉਹਦੇ ਤੇ ਵੀ ਗੁਰੂ ਸਾਹਿਬ ਨੇ ਬਚਨ ਕੀਤਾ। ਕਹਿਣ ਲੱਗੇ ਧਰਮੀ ਬੰਦਾ ਧਰਮ ਕਰਕੇ ਵੀ ਕਈ ਵਾਰਾਂ ਸੇਵਾ ਗਵਾ ਬੈਠਦਾ ਹੈ ਜੇ ਅੰਦਰ ਮੁਕਤੀ ਦੀਆਂ ਆਸਾਂ ਲਾ ਕੇ ਬੈਠਾ ਹੋਵੇ ਤਾਂ। ਧਰਮੀ ਧਰਮ ਕਰੈ ਗਵਾਵਹਿ ਮੰਗਹਿ ਮੋਖ ਦੁਆਰ। ਕਹਿਣ ਲੱਗੇ ਜੇ ਉਹਦੇ ਮਨ ਵਿੱਚ ਵੀ ਹੈ ਨਾ ਵੀ ਮੈਂ ਮੋਖ ਮੁਕਤੀ ਦੀ ਕੋਈ ਆਸ ਰੱਖੀ ਬੈਠਾ ਹੈ, ਕਿਸੇ ਬੈਕੁੰਠ ਦੀ ਆਸ ਰੱਖੀ ਬੈਠਾ ਹੈ, ਆਪਣਾ ਅੱਗਾ ਸਵਾਰਨ ਦੀ ਕੋਈ ਗੱਲ ਸੋਚੀ ਬੈਠਾ ਹੈ ਵੀ ਅਗਲੇ ਬੰਨੇ ਜਾ ਕੇ ਮੈਂ ਕਿਤੇ ਚੰਗੇ ਟਿਕਾਣੇ ਤੇ ਲੱਗ ਜਾਵਾਂ। ਮੇਰੇ ਸਤਿਗੁਰੂ ਕਹਿੰਦੇ ਜੇ ਅੰਦਰ ਇਹ ਵੀ ਤਮੰਨਾ ਰੱਖੀ ਤੇ ਧਰਮ ਕਰਕੇ ਵੀ ਗਵਾ ਰਿਹਾ ਹੈ ਤੂੰ। ਧਰਮੀ ਧਰਮ ਕਰਹਿ ਗਵਾਵਹਿ ਮੰਗਹਿ ਮੋਖ ਦੁਆਰ। ਕਹਿਣ ਲੱਗੇ ਮੋਖ ਦੀਆਂ ਮੁਕਤੀਆਂ ਮੰਗਦਾ ਫਿਰਦਾ ਤੇ ਤਾਂ ਵੀ ਆਪਣਾ ਧਰਮ ਜਿਹੜਾ ਕਰਕੇ ਗਵਾਂਦਾ ਪਿਆ ਹੈ। ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਗੁਰਮੁਖੋ।
कि गुर सेवा ते जन निर्मल होए। कह लगे परमात्मा दा गुरु दा सेवक जिहड़ा है ना, सेवा करके ते निर्मल जीवन वाला बन जाता है। ते ओहदे ते बख्शिश की हो गई, अंतर नाम वसै। मेरे सतगुरु कहते ओहदे हिरदे विच ना परमात्मा दा सदी भी जिहड़ा नाम सदा रहन वाला ओहदे अंदर जो टिक जाए ते उस मनुख दी पत ऊतम होए। पत दा अर्थ इत्थे कीता गया इज्जत। सतगुरु महाराज जी कहते इज्जतदार वो मनुख बन जाता है, ओहदी इज्जत उजली हो जाती, भाव के पत वाला मनुख हो जाता। अंतर नाम वसै। हुण जदों सेवा की गल आउंदी है, नाम की गल आउंदी, दोनों नूं लैके चलना पएगा कि सेवा दे नाल नाल नाम की गल आई। जदों नाम का प्रकरण चले तो गुरमुखो इस स्टेज तो बड़े बड़े विद्वान इहदे अर्थ कर चुके ने, कई बार हो चुके ने कि नाम का अर्थ केवल ये नहीं लिया जा सकता कि कोई खास शब्द, खास मंत्र, खास जगह ते बैठ के किसी विधि दे नाल मनुख करे, इसनूं नाम नहीं कहा जाता। नाम तो भाव की है कि जदों मनुख गुरु की बाणी पढ़ेगा तो उहदे विच दर्शाए हुए गुण जिहड़े ने, उन्हां गुणां नूं जदों अपने जीवन विच धारण करेगा ते सही रूप दे विच नाम असल विच यही है। फिर मेरी बेनती नूं समझ लियो जे कि जदों मनुख गुरु दे दसे हुए सिद्धांत नूं अपने जीवन दे विच कमा लवे। मैं एक उदाहरण दे दियां, गल पकड़ विच आ जाएगी। मान लो उदाहरण दे तौर ते कि कोई आदमी वो कहे जी मैं 2 घंटे सिमरन करदा जी। पुछिए जी सिमरन केड़ा, नाम जपदा जी। की भाई साहब नाम जपदे हो जी? मैं 2 घंटे वाहिगुरु 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 मैं कहना। ठीक है भी मुबारक है, 2 घंटे तू वाहिगुरु वाहिगुरु कीता है, पर गुरमुखा जदों दिन दे कार विहार करदा है कि जोड़ा 2 घंटे वाहिगुरु वाहिगुरु कीता, उस दिन दे कार विहार विच भी याद रखिया कि नहीं रखिया? जदों दफ्तर दे विच गया है ते कि दफ्तर दे विच जाके कलम चलान लग्या, तेनू उस वाहिगुरु दा सिद्धांत चेते आया कि नहीं आया? किते तेरी कलम किसी का नुकसान तो नहीं करती पई, तेरा हाथ गलत रस्ते वाले बने तो नहीं तुरदा पिया, तेरी सोच तेरी बिरती किते गलत तो नहीं सोचती पई। हाँ, जे तेरी बिरती दे अंदर ईर्खा, द्वेष, चुगली, निंदिया, झूठ आदि टिकिया होया है ते सच जानी खिमा कर दिओ जे वो 2 घंटे का लाया होया समा गुरु ने प्रवान नहीं जे करना, बिल्कुल प्रवाह नहीं करना। क्यों नहीं करना? गुरु ने कहना सी 2 घंटे जे वाहिगुरु वाहिगुरु कीता है ते सच जान फिर ये तां केवल जुबान दे उत्तों रटन एक जरूर हो गया, क्योंकि मैं गुरबाणी दा बोल ही कह जावां, शब्द दी मोहर ला दियां कि मुखों हर हर सब करै। कर रहे ने सारे मुख तो, मुखों हर हर सब करै। विरलै हिरदे वसाया, नानक जिन कै हिरदे वसिया, मोख मुक्त तिन पाया। सतगुरु कहंदे जिस दे हिरदे दे विच वस गया ना परमात्मा दा नाम, ते मेरे पातशाह कहंदे हाँ उहदी जबान तो किया होया भी प्रवान हो जाएगा जे उहदे अंदर भी वो चीज़ां आ जाण तां। पर अंदर तां वो आईयां नहीं। अजिहा समाज विच वेखिया जा रहा है और सारे संसार आपां वेखदे पए हैं कि बाहरी तौर ते नाम तां बहुत जपिया जा रहा, कोई शक वाली गल नहीं है। बड़ा बड़ा लम्मा सब सारी सारी रात भी जपिया जा रहा है, पर जीवन का जो आप प्रैक्टिकल करके देखते हैं, प्रैक्टिकल जीवन देखते हैं, उहदे विच बहुत ज़्यादा फर्क निकल आता है। हैरान उदों हो जाइदा है कि जे बंदा नाम भी जपदा होवे, भाव के बाणी भी पढ़दा होवे, नाम भी जपे भी मैं सिमरन कर रहा है, तो अजिहा मनुख उहदे अंदर ये बिरती टिकी होवे कि मैं वीरवार वाले दिन तेल भी कबर ते जरूर पाना किते वो ना रह जावे, वो मंदिर दे जाके टल भी खड़कांदा होवे, ज्योतिषियां दे कोलों हथ भी विखांदा होवे। खिमा करियो इत्थे ही बस नहीं, वो इस चक्कर दे विच पिया होवे कि चंगा ते माड़ा दिन केड़ा है, जे सारा कुछ करी जा रहा तो मैनू खिमा कर दिओ जे। वो भावें जिन्ना मर्जी मुख दे उत्तों जो मर्जी शब्द पढ़ी जाए, गुरु ने प्रवान नहीं करना। गुरु ने प्रवान उस दिन करना है जिस दिन किया होया बचन कमा लिया जाए। तो मेरे सतगुरु कहते इज्जत संसार विच फिर उसे मनुख नूं ही मिलेगी, उसे नूं ही गुरमुख कहा जा सकता है कि इन्हें गुरु दे मार्ग नूं समझ लिया, गुरु दे रस्ते नूं समझ लिया। मेरे पातशाह जी कहते उन्हां जीवां दे पत उत्तम हो जाती है, इज्जतदार मनुख हो जाते ने। 12 माह विच शब्द बड़ा कीमती मेरे सतगुरु महाराज जी का। मेरे पातशाह जी कहते ने सच्चे मार्ग चलदियां उस्तत करै जहान। मेरे सतगुरु कहते तू सच दे मार्ग ते चल, फिर तेनू कहण दी लोड़ नहीं पैनी, संसार अपने आप ही वडियाई करदा, आखण दी लोड़ नहीं पैंदी। सच दे मार्ग ते चलना, इस पावन शब्द अंदर भी बचन आया गुरु महाराज जी का,
पर मेरे सतगुरु कहते सच दे गाहक बहुत थोड़े हुंदे जे, झूठ दे गाहक बहुत मिल जाते हैं ते सच दे गाहक बहुत घट हुंदे है, बहुत विरले हुंदे। आम तौर ते समाज विच तां यही कुछ चलदा पिया है कि लोग अवगुणा की बन्नै गंठड़ी, मेरे सतगुरु कहते अवगुणा दियां ते गंढां पंडां बनी तुरिया आउंदा है, पर गुण ना विहाजै कोए। सतगुरु कहते गुणां नूं विहाज इकट्ठियां कर, अवगुण इकट्ठे करी जावेगा। जिन्ने अवगुण इकट्ठे हुंदे गए याद रखी ओने जंजीर पैंदे जाणगे। नानक अवगुण जेतड़े ते गली जंजीर कह लगे, गल विच ओने जंजीर बनते जाणगे। पर इन्हां नूं कट्टण वास्ते जे सहायता करनी है, जे गुण होण तां कट्टियां न छे भाई छे वीर कह लगे, ओ भरा ते ओ वीर समझ जेड़े इन्हां अवगुणां नूं कट्टण पर ओ गुण ही कट सकदे ने। आओ एक एक बंद नूं भी आपां नाल नाल विचारना। शब्द दा समुच्चा भाव जिहड़ा आपां लैके चले हैं ਉਹਦੇ ਵਿੱਚ सतगुरु महाराज कहते गुरु की दसी हुई सेवा सेवक जन जो करता है तो मेरे सतगुरु महाराज जी कहते उसका हिरदा निर्मल हो जाता है, शुद्ध हो जाता है। तो निर्मल हिरदे तो भाव ਉਹਦੇ कर्म निर्मल हो जाते हैं। साध नाम ਉਹਦਾ की अगले बन्ने क्या किड्डा प्यारा बचन है, साध नाम निर्मलता के कर्म। सतगुरु महाराज जी कहते कर्म निर्मल हो गए, ਉਹਦੇ ਕੰਮ ਦੇ निर्मल हो गए, मैल तो रहत हो गए उसदे। मेरे सतगुरु महाराज जी कहते ऐसा परमात्मा गुरु का सेवक जेड़ा निर्मल हो जाता है, ਉਹਦੇ अंदर परमात्मा का नाम सदी भी रहन वाला सिद्धांत ਉਹਦੇ अंदर जो टिक जाता तो वही इज्जतदार मनुख बनता है। एक एक बंद नूं नाल विचारी चलिए। सतगुरु महाराज जी पहले बंद अंदर बख्शिश करते जग मैला मैलो होए जाए। मेरे सतगुरु महाराज जी कहते जगत के अंदर रहन वाले जेड़े जीव ने, जगत मैला जग मैले तो भाव जग विच जगत विच रहन वाले जीव मेरे सतगुरु महाराज जी कहते मैले हो रहे ने। मैल केड़ी चीज दी है, कादी मैल है? विकारा रूपी मैल है, अवगुणा रूपी मैल है, जेड़ी जीव इकट्ठी करता जा रहा। तो सतगुरु महाराज जी ने तो गुरबाणी अंदर इथों तक बोल कहे ने, जन्म जन्म की इस मन को मल लागी। गुरु साहब ने कहा जन्मा जन्मांतरां दी मैल मनुख नूं लगी हुई है, जन्म जन्म की इस मन को मल लागी। काला हुआ शाह, सतगुरु कहते काला शाह होया पिया है, पर इस नूं धोता किवें जा सकदा, शुद्ध किवें कीता जा सकदा है, निर्मल किवें कीता जा सकदा है। मेरे पातशाह जी कहते वो तां हो सकदा है कि इस अंदर दी मैल नूं धोण वास्ते मनुख किसी तीर्थ की भाल ना कर लग पे भी शायद अंदर दी मैल किते बाहरों लै जानी है। मेरे सतगुरु कहने सिद्धांत बख्शिश किया है कि बाहरी तौर पर मनुख दे इशनान अंदर दी मैल नूं कदे उतार नहीं सकते। मन मैले सब किश मैला, तन धोता है मन हशा ना होए। सतगुरु महाराज जी कहते तन नूं धोण नाल मन कदी हशा नहीं हुंदा। ठीक है, बाहरी तौर पर मनुख इशनान करेगा, तन की मैल तो जा सकती है, पर मन की मैल उस तरह नाल खड़ी है। महाराज मन की मैल क्यों नहीं उतरती, की कारण है? तो सतगुरु कहते मन की मैल इस करके नहीं उतरी क्योंकि मन मैला जिन्ना कारणा करके होया है वो कारण तो जीव तू समझे नहीं। महाराज वो कारण केड़े ने? ते सतगुरु महाराज जी दे वचन आए, पाप करें पंचा के बस रे। मैला किवें हो रहा तू? पाप करें पंचा के बस रे, तीर्थ नाहे कहें सब उतरे, बहुर कमावे होवे निशंक, जम कद बाल खलै कलंक। सतगुरु महाराज जी कहते याद रखी जे अंदर भरम पाल के बैठा ना भी तन दा इशनान करन नाल मन साफ हो जाएगा। मेरे सतगुरु कहते ने अंदर विकारा रूपी मैल, माया रूपी मैल, ये तेरे बाहरी तन दे इशनान नाल कदी भी धोती नहीं जा सकती। फिर सच्चे पातशाह तुसी कोई जुगती दसो, कोई ढंग दसो, कोई तरीका दसो। ते मेरे सतगुरु महाराज जी ने तरीका भी दस दिता। सतगुरु महाराज जी दे वचन किड्डे कीमती ने। पातशाह जी कहते ने कि तीर्थ नामन जाऊं, तीर्थ नाम है, तीर्थ शब्द विचार, अंतर ज्ञान है। सतगुरु महाराज जी कहते शब्द की विचार कर, इनू अंतर धारण कर, ते तेरी जन्मा जन्मांतरां दी मैल कटी जाएगी। नहीं तो संसार अंदर जे सोच लिया कि बाहरी तीर्थां दा इशनान मैल कटेगा, मेरे सतगुरु महाराज जी कहते अंदर दा जीवन जे बाहरी इशनान नाल बदलदा होवे तां कबीर साहब जी कहते कदी डड्डू वाले वेखो पानी विच ही रहिंदा है, पानी तो बाहर तां नहीं, पानी विच रह के भी ओहदे अंदर कोई तब्दीली ना आई। जल के मज्जन जे गत होवै, नित नित मेंढुक नहावै है, जैसे मेंढुक तैसे ओए नर,
फिर जूनी आवे। सतगुरु कहन लगे फिर तो हालत वही बन जानी है कि जिवें डड्डू पानी विच भावें लम्मा समा रहिंदा है पर कोई तब्दीली ना आई। मनुख केवल बाहरी तौर पर इशनाना की गल बदकिस्मती जिवें शब्द वरत लवां, ये मैं तां वरत रहा बदकिस्मती शब्द क्योंकि जो गुरमत का सिद्धांत जिन्ना प्रचारना है, जिन्ना वंडना है, जिन्ना दसना है, जदों अजिहियां संस्थावां भी जाके एक जगह ते मोहर ला देन भी हाँ ठीक है इस तीर ते कीता होया इशनान, इत्थे 12 साल का आया होया कुंभ का इशनान करके नहा लो, शायद तुहाडा कोई पाक तारा हो जाए, शायद तुहाडा कोई भला हो जाए। वाह पी वाह सिखा, किधर नूं तुरिया जा रहा है? गुरु कृपा करे इहदे पिछे की कारण हो सकता है तो सतगुरु जानते ने, पर असी सिद्धांत तो थिड़कते जा रहे हैं, सिद्धांत तो दूर जा रहे हैं। किते गुरु नानक सच्चे पातशाह महाराज जी ठीक है इन्हां जगह ते गुरु अमरदास मार तीर्थां ते जांदे रहे, पर तीर्थ उद्यम सतगुर किया सब लोग उदाहरण, अर्थात लोकां दे उधार वास्ते जाना कीता सी भी पखंड करन वालिओ, ये तुहाडा पखंड तीर्थां दे कंढियां ते बैठ के करन वालिओ। सतगुरु महाराज जी ने कहा सी क्यों लोकां नूं गुमराह करदे पए हो? सतगुरां ने डंके दी चोट ते कहा सी कि तीर्थां दे कंढे उत्ते बैठ के धर्मी लोको लोकां नूं पखंड कर करके ना विखाओ। एक गुरु नानक साहब महाराज जी वर्गा महान सूरमा ही कह सकता है कि एक साध दा लोटा उहदे पिछे रख के सतगुरु कह सकते ने तिन्नां लोकां दीयां सोझियां देण वालिया तीर दे कंढे उत्ते बैठिया होया सतगुरु महाराज जी उहनूं ही कह सकते ने देख तिन्नां लोकां विच तां तूं लोकां दीयां गल्लां दसदा है पर पिछे पिया होया लोटा तेरी समझ विच नहीं आया कित्थे चलिया गया। ये केवल गुरु नानक सच्चे पातशाह महाराज जी इन्नी जुरत रख के गल कर सकते ने। मेरे पातशाह जी अज दे पावन शब्द अंदर जो बख्शिश करते हैं कि हे जीव तेरे अंदर विकारां रूपी मैल उवें दी उवें भरी पई है, इसनूं धोण दा यतन कर। गुरु की बाणी गुरु दे शब्द द्वारा जे धोण दा यतन ना कीता ते आवे जाए दूजा लोभाए। सतगुरु महाराज जी कहंदे लोभाए दा इत्थे अर्थ कीता गया लोभ वस हो के, जीव परमात्मा नूं छड्ड के दूजा लोभाए। दूजे दा अर्थ जिहड़ा है वो ये हो जांदा कि एक परमात्मा नूं छड्ड के द्वैश विच कह लो, दुबदा विच कह लो, दूजे भाव विच जीव चलिया गया। इउं कह लो सौखा समझण वास्ते कि मनुख ने दोवां बेड़ियां च हुण पैर रखना शुरू कर दिता ते सतगुरु महाराज जी कहंदे खसम छोड़ दूजे लगे डूबे सेवन जा रहा, याद रखी डुब जाएगा। दो बेड़ियां विच पैर रखेगा ते एक विच रख ते दूसरे किनारे ते अपड़ सकता है, पर दोवां बेड़ियां विच पैर रखेगा ते कदी तू पार नहीं हो सकता। दोवां बेड़ियां च पैर तो भाव कि एक परमात्मा दी हस्ती ओदी शक्ति नूं छड्ड के असी होरना शक्तियां दे मगर लग गए। असी समझिया शायद किसी बाबे ने साडा पार उतारा कर देना, असी समझिया शायद ये मड़ी मसान देवी देवतियां आदि दी पूजा कर लो। मैं तो हैरान ना जो कई बार सिखां दे कोले शब्द सुनीदे आ, कहंदे जी सतगुरु कहंदे सारियां दा सत्कार करना चाहिए। वाह भई वाह, सारियां दा सत्कार शब्द असी पता नहीं की लै लिया। मैं तो हैरान हुन्ना भी जदों सिख अपने घरां दे विच, मैं कई ऐसे देखे देश विदेश में जाण दा मौका मिलता है, कई मैं ऐसे वीर वेखे ने उन्हां अपने कमरियां दे विच तस्वीरां लाइयां हुंदियां ने ते तस्वीर एक नहीं सारियां अवतारां दियां भी नाल लाइयां, गुरु साहबां दियां भी लाइयां। कई बार पुछ लईदा भाई साहब जी ये सारियां तस्वीरां तुसीं लाइयां, कहंदे सारियां नूं खुश रखीदा। वाह भई वाह, कहंदे सारियां नूं खुश रखीदा, कोई भी नाराज ना होवे। मैं कहना सिखा तेरी सोच किधर चली गई, तू सारियां नूं खुश ते नाराज दियां गल्लां करदा है। जदों सतगुरु दी बाणी पढ़दा उदों ते कई बार तू ये बोल पढ़े ते सुने ने, साहिब मेरा एको है भाई एको है, मेरा मालिक एक है, मेरा साहब एक है। ते गुरमुखा तू ते गुरु ग्रंथ साहब महाराज जी दे सन्मुख आके मत्था टेक के गुरु दे चरनां विच ते ए जदों बाणी दा पहला बोल गुरु दा पहला बचन जदों सरवण करदा है जां अपनी रसना तो पढ़दा है, उदों तेरे मुख तो उचारण जदों हुंदा नितनेम वेले भी तेरी रसना तो शब्द पता की निकलदा, पहला शब्द वो ये निकलदा एक ओंकार, भी परमात्मा केवल एक है। कहंदे जी ये तां ठीक है पर नाराज काहनूं करना है? गुरु कृपा करे मैं इस नूं ज्यादा ना खोला, असी नाराज वालियां चक्करां च ना पईए, असी सिद्धांत वाले बन्ने आ जाइए कि गुरु नूं खुश रखना। मैं तो कई बार हैरान होना जदों असी ट्रैक्टरां ट्रालियां ते गड्डियां ते लिखाया हुंदा है मेरा उसे ना कलगियां वाला जग भावें सारा रुस जाए। वाह भई वाह,
ਤੇ ਜਦੋਂ ਟਰੈਕਟਰ ਚਲਾਉਣ ਵਾਲੇ ਵੱਲੇ ਵੇਖੀਦਾ ਨਾ, ਜਿਹੜਾ ਚਲਾ ਰਿਹਾ ਹੁੰਦਾ ਤੇ ਪਿੱਛੇ ਟਰਾਲੀ ਤੇ ਲਿਖਾਇਆ ਹੁੰਦਾ ਮੇਰਾ ਰੁੱਸੇ ਨਾਲ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ, ਉਹਨੇ ਆਪਣਾ ਦਾੜੀ ਵੀ ਕਤਲ ਕੀਤੀ ਹੈ, ਸਿਰ ਦੇ ਕੇਸ ਵੀ ਕਤਲ ਕੀਤੇ ਨੇ। ਹਾਂ, ਖੱਟਾ ਪਰਨਾ ਗਲ 'ਚ ਜ਼ਰੂਰ ਪਾਇਆ ਹੋਇਆ ਹੈ ਤੇ ਇੱਕ ਸਿਰ ਤੇ ਬੰਨਿਆ ਹੋਇਆ ਹੈ, ਤੁਰਿਆ ਜਾ ਰਿਹਾ ਯਾਤਰਾ ਨੂੰ ਤੇ ਟਰਾਲੀ ਲਈ ਜਾ ਰਿਹਾ ਹੈ ਤੇ ਸ਼ਬਦ ਪੜ੍ਹਦੇ ਜਾਂਦੇ ਲੋਕ ਢੋਲਕਿਆਂ ਚਿਮਟਿਆਂ ਨਾਲ ਕਹਿੰਦੇ ਜੀ ਸਾਡਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਮੈਂ ਕਹਿੰਦਾ ਰਸਾਇਆਂ ਤੇ ਕਲਗੀਆਂ ਵਾਲੇ ਨੂੰ ਜੱਗ ਨੂੰ ਤਾਂ ਤੁਸੀਂ ਖੁਸ਼ ਕੀਤਾ ਹੈ, ਜਗਤ ਦੇ ਮੁਤਾਬਕ ਤਾਂ ਤੁਸੀਂ ਚੱਲ ਰਹੇ ਹੋ। ਰਸਾਇਆਂ ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੂੰ ਹੈ ਜਿਨੇ ਆਸ ਰੱਖੀ ਸੀ ਕਿ ਇਹਨਾਂ ਵਿੱਚੋਂ ਮੈਂ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ ਤੇ ਫਤਿਹ ਸਿੰਘ ਦੇ ਮੈਂ ਦਰਸ਼ਨ ਕਰਨੇ ਵੇਖ ਸਕਦਾ ਹਾਂ, ਤੇ ਉਹਦੇ ਤੇ ਚਿਹਰੇ ਵਿੱਚੋਂ, ਸਾਡੇ ਸਰੀਰ ਵਿੱਚੋਂ, ਸਾਡੀ ਸੂਰਤ ਵਿੱਚੋਂ ਤਾਂ ਦਰਸ਼ਨ ਉਹਨਾਂ ਦੇ ਹੁੰਦੇ ਨਹੀਂ, ਪਰ ਸ਼ਬਦ ਜ਼ਰੂਰ ਅਸੀਂ ਲਿਖਾਈ ਬੈਠੇ ਹਾਂ। ਆਓ ਸ਼ਬਦ ਦੇ ਦਾਇਰੇ ਵਿੱਚ ਰਹਿ ਕੇ ਮੈਂ ਵਿਚਾਰ ਕਰਿਆ। ਸਤਿਗੁਰੂ ਕਹਿੰਦੇ ਨੇ, ਹੇ ਪਿਆਰਿਓ, ਜਿਹੜੇ ਦੂਜੇ ਭਾਵ ਵਿੱਚ ਲੱਗ ਗਏ ਜੀਵ, ਲੋਭ ਲਾਲਚ ਵਸ ਹੋ ਕੇ ਇੱਕ ਪਰਮਾਤਮਾ ਨੂੰ ਛੱਡ ਕੇ ਇੱਧਰ ਉੱਧਰ ਭਟਕ ਗਏ, ਉਹਨਾਂ ਦਾ ਕਿਹੋ ਜਿਹਾ ਜੀਵਨ ਹੈ? ਸਤਿਗੁਰੂ ਕਹਿੰਦੇ ਆਉਣ ਜਾਣ ਵਾਲਾ। ਐਸੇ ਜੀਵ ਜੰਮਦੇ ਰਹਿੰਦੇ, ਖਿੰਨ ਵਿੱਚ ਮਰਦੇ ਰਹਿੰਦੇ ਐ। ਸਤਿਗੁਰੂ ਕਹਿੰਦੇ ਜਨਮ ਮਰਨ ਦਾ ਗੇੜ ਕਦੀ ਉਹਨਾਂ ਦਾ ਕੱਟਿਆ ਨਹੀਂ ਜਾ ਸਕਦਾ, ਜਿਹੜੇ ਇੱਕ ਪਰਮਾਤਮਾ ਵਾਹਿਗੁਰੂ ਨੂੰ ਛੱਡ ਕੇ ਦੂਜੇ ਭਾਵ ਵਿੱਚ ਲੱਗ ਜਾਂਦੇ, ਭਾਵ ਕਿ ਦੂਜੀਆਂ ਆਦਿਕ ਤਰ੍ਹਾਂ ਤਰ੍ਹਾਂ ਦੀਆਂ ਪੂਜਾ ਦੇ ਵਿੱਚ ਜੁਟ ਜਾਂਦੇ ਨੇ। ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਅਗਲੇ ਬੰਦ ਦੇ ਅੰਦਰ, ਗੁਰਮੁਖ ਉਭਰੈ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਹੇ ਪਿਆਰਿਓ, ਯਾਦ ਰੱਖਿਓ ਜੇ ਕੋਈ ਮਨੁੱਖ ਜਗਤ ਅੰਦਰ, ਸੰਸਾਰ ਦੇ ਅੰਦਰ ਜੇ ਪ੍ਰਵਾਨ ਹੁੰਦਾ ਹੈ, ਉਹ ਕੇਵਲ ਉਹ ਹੋਵੇਗਾ ਪ੍ਰਵਾਨ ਜਿਹੜਾ ਗੁਰੂ ਦੀ ਦੱਸੀ ਹੋਈ ਕਾਰ ਨੂੰ ਕਮਾ ਜਾਂਦਾ। ਜਿਹੜਾ ਨਾ ਕਮਾਵੇ ਉਹਦੇ ਬਾਰੇ ਸਤਿਗੁਰੂ ਕਹਿੰਦੇ ਦੂਜੇ ਭਾਏ ਸਭ ਪਰਜ ਵਿਗੋਈ। ਵਿਗੋਈ ਦਾ ਅਰਥ ਕੀਤਾ ਹੈ ਖੁਆਰ ਹੋਣਾ। ਦੂਜੇ ਭਾਵ ਵਿੱਚ ਲੱਗਾ ਹੋਇਆ ਜੀਵ ਹਮੇਸ਼ਾ ਖੁਆਰ ਰਹਿੰਦਾ ਹੈ, ਕਿਉਂਕਿ ਡਰ ਬਣਿਆ ਰਹਿੰਦਾ ਹਰ ਵੇਲੇ ਮਨੁੱਖ ਨੂੰ। ਦੂਜੇ ਭਾਵ ਵਿੱਚ ਜਾ ਕੇ ਇੱਕ ਪਰਮਾਤਮਾ ਨੂੰ ਛੱਡ ਕੇ ਨਾ, ਖਿਮਾ ਕਰਿਓ ਜੇ, ਜਿੰਨਾ ਬੰਦਾ ਵਹਿਮੀ ਹੈ ਨਾ ਓਨਾ ਹੀ ਡਰਾਕਲ ਹੋਏਗਾ। ਜਿੰਨਾ ਬੰਦਾ ਵਹਿਮੀ ਓਨਾ ਹੀ ਡਰ ਵਿੱਚ ਪਿਆ ਰਹਿੰਦਾ ਹੈ। ਅੰਦਰ ਦੇ ਵਹਿਮ ਖਤਮ ਹੋ ਜਾਣ ਤੇ ਮਨੁੱਖ ਦੇ ਡਰ ਵੀ ਖਤਮ ਹੋ ਜਾਂਦੇ ਹੈ। ਪਾਤਸ਼ਾਹ ਬਖਸ਼ਿਸ਼ ਕਰਦੇ, ਦੂਜੇ ਭਾਏ ਸਭ ਪਰਜ ਵਿਗੋਈ, ਮਨਮੁਖ ਚੋਟਾਂ ਖਾਏ, ਆਪਣੀ ਪਤ ਖੋਈ। ਪਤ ਸ਼ਬਦ ਦੋ ਵਾਰੀ ਆਇਆ। ਇੱਕ ਵਾਰੀ ਤਾਂ ਸਤਿਗੁਰੂ ਕਹਿੰਦੇ ਸੇਵਕ ਜਨ ਸੇਵਾ ਕਰਕੇ ਇੱਜ਼ਤ ਪ੍ਰਾਪਤ ਕਰ ਲੈਂਦੇ ਨੇ, ਪਰ ਮਨ ਪਿੱਛੇ ਤੁਰਨ ਵਾਲੇ ਜਿਹੜੇ ਜੀਵ ਨੇ, ਸਤਿਗੁਰੂ ਮਹਾਰਾਜ ਜੀ ਕਹਿੰਦੇ ਚੋਟਾਂ ਖਾਂਦੇ ਨੇ। ਉਹ ਪੈਰ ਪੈਰ ਤੇ ਚੋਟਾਂ ਖਾਂਦੇ ਨੇ ਉਹ ਜੀਵ ਜਿਹੜੇ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਨੇ। ਪਾਤਸ਼ਾਹ ਜੀ ਕਹਿੰਦੇ, ਪਿਆਰਿਓ, ਆਪਣੇ ਮਨ ਦੀ ਮਤ ਦਾ ਤਿਆਗ ਕਰਕੇ ਗੁਰੂ ਦੀ ਮਤ ਨੂੰ ਲੈ ਲਵਾਂਗੇ ਤਾਂ ਤੇ ਸੇਵਾ ਵੀ ਸਮਝ ਵਿੱਚ ਆ ਜਾਵੇਗੀ, ਸਿਮਰਨ ਵੀ ਸਮਝ ਵਿੱਚ ਆ ਜਾਏਗਾ, ਦੂਜੇ ਭਾਅ ਤੋਂ ਕਿਵੇਂ ਛੁਟਕਾਰਾ ਪਾਣਾ ਇਹ ਵੀ ਸਮਝ ਵਿੱਚ ਆ ਜਾਏਗਾ। ਪਰ ਜੇ ਆਪਣੀ ਮਤ ਉਸ ਦੀ ਓਨੀ ਦੀ ਓਨੀ ਰੱਖੀ, ਮਨ ਆਪਣੇ ਦੇ ਪਿੱਛੇ ਚੱਲਦੇ ਰਹੇ, ਸਤਿਗੁਰੂ ਕਹਿੰਦੇ ਫਿਰ ਤਾਂ ਜੀਵ ਖਿੰਨ ਖਿੰਨ ਪਲ ਪਲ ਚੋਟਾਂ ਖਾਂਦਾ ਰਹੇਗਾ। ਅੱਗੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਗੁਰਮੁਖ ਉਭਰੇ ਹਰ ਸ਼ਰਨਾਈ। ਹਾਂ, ਜਿਹੜੇ ਗੁਰਮੁਖ ਗੁਰੂ ਦੀ ਦੱਸੀ ਹੋਈ ਕਾਰ ਕਮਾਉਣ ਵਾਲੇ ਜਿਹੜੇ ਨੇ ਨਾ, ਉਹ ਕਿਵੇਂ ਉਭਰੇ, ਕਿਵੇਂ ਪ੍ਰਗਟ ਹੋਏ? ਗੁਰੂ ਦੀ ਸ਼ਰਨ ਵਿੱਚ ਜਾ ਕੇ। ਜਦੋਂ ਗੁਰਮੁਖ ਸ਼ਬਦ ਆ ਜਾਏ, ਮਨਮੁਖ ਸ਼ਬਦ ਆ ਜਾਏ, ਇਹ ਬੜਾ ਵਿਸਥਾਰ ਮੰਗਦੇ ਨੇ, ਕਿਉਂਕਿ ਗੁਰਮੁਖ ਸ਼ਬਦ ਹਰੇਕ ਤੇ ਹੀ ਟੁਕਦਾ ਜਾਂਦਾ, ਹਰੇਕ ਤੇ ਹੀ ਟਿਕਾਈ ਜਾਂਦੇ ਅਸੀਂ। ਹਰ ਇੱਕ ਨੂੰ ਗੁਰਮੁਖ ਗੁਰਮੁਖ ਸ਼ਬਦ ਵਰਤੀ ਜਾਂਦੇ ਅਸੀਂ, ਪਰ ਗੁਰਮੁਖ ਉਹ ਜੋ ਗੁਰੂ ਦੀ ਦੱਸੀ ਹੋਈ ਕਾਰ ਨੂੰ ਕਮਾਵੇ ਉਹਨੂੰ ਹੀ ਗੁਰਮੁਖ। ਜਾਂ ਇਹਦੇ ਅਰਥ ਐਵੇਂ ਵੀ ਕੀਤੇ ਗਏ ਜਿਹਦਾ ਮੁਖ ਗੁਰੂ ਵੱਲੇ ਹੈ। ਹੁਣ ਗੁਰੂ ਵੱਲੇ ਮੁਖ ਦਾ ਮਤਲਬ ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਤੇ ਸਿੱਖ ਗੁਰੂ ਵੱਲੇ ਮੂੰਹ ਕਰਕੇ ਬੈਠਾ ਰਹੇ ਤੇ ਆਪਾਂ ਕਹਿ ਦਈਏ ਜੀ ਗੁਰਮੁਖ ਹੈ, ਵੀ ਇਹਦਾ ਮੂੰਹ ਗੁਰੂ ਵੱਲੇ। ਨਹੀਂ ਪਿਆਰਿਓ, ਗੁਰਮੁਖ ਦਾ ਭਾਵ ਗੁਰੂ ਦੇ ਦੱਸੇ ਰਸਤੇ ਤੇ ਚੱਲਣ ਵਾਲਾ। ਤੇ ਅਸੀਂ ਖਿਮਾ ਕਰਿਓ, ਬੰਦਾ ਭਾਵੇਂ 24 ਘੰਟੇ ਸ਼ਰਾਬੀ ਰਹਿਣ ਵਾਲਾ ਹੋਵੇ ਨਾ, ਤੇ ਉਹਦੇ ਮਰਨ ਤੋਂ ਬਾਅਦ ਵੀ ਮੈਨੂੰ ਖਿਮਾ ਕਰਦੇ ਆ ਜੇ ਗੁਰਮੁਖ ਸ਼ਬਦ ਹੀ ਆਪਾਂ ਵਰਤ ਦਿੰਨੇ ਆ। ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਵੀ ਕਹਿ ਦਿੰਨੇ ਆ, ਤੇ ਭਾਈ ਸਾਹਿਬ ਅਰਦਾਸ ਵਿੱਚ ਵੀ ਕਹਿ ਦਿੰਦੇ, ਮਹਾਰਾਜ ਬੜੇ ਗੁਰਮੁਖ ਸਨ, ਆਏ ਸੀ ਸੰਸਾਰ ਵਿੱਚ ਯਾਤਰਾ ਕਰਕੇ, ਤੁਹਾਡੇ ਚਰਨਾਂ ਵਿੱਚ ਜਾ ਬਰਾਜੇ ਨੇ। ਵਾਹ ਭਈ ਵਾਹ, ਜਿਹੜਾ ਜਿਉਂਦੇ ਜੀ ਗੁਰੂ ਚਰਨਾਂ 'ਚ ਨਹੀਂ ਬਰਾਜਿਆ, ਮਰਨ ਤੋਂ ਬਾਅਦ ਜ਼ਰੂਰ ਬਰਾਜ ਜਾਏਗਾ। ਮੇਰੇ ਸਤਿਗੁਰੂ ਕਹਿੰਦੇ ਨੇ, ਗੁਰਮੁਖ ਉਹ ਜਿਹੜਾ ਗੁਰੂ ਦੀ ਦੱਸੀ ਹੋਈ ਕਾਰ ਕਮਾਉਣ ਵਾਲਾ ਹੈ। ਉਹਦੇ ਤੇ ਇੱਕ ਸ਼ਰਤ ਲਾ ਦਿੱਤੀ ਮੇਰੇ ਸਤਿਗੁਰੂ ਮਹਾਰਾਜ ਜੀ ਨੇ, ਕਹਿੰਦੇ ਨਾਮ ਰਾਮ ਨਾਮ ਰਤੇ ਭਗਤ ਦ੍ਰਿੜਾਈ। ਆ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਗੁਰਮੁਖ ਦੀ ਅਵਸਥਾ। ਉਹ ਪਰਮਾਤਮਾ ਦੇ ਨਾਮ ਵਿੱਚ ਰੱਤੇ ਰਹਿੰਦੇ ਨੇ, ਰੰਗੇ ਰਹਿੰਦੇ ਨੇ ਹਰ ਵੇਲੇ ਸਿਧਾਂਤ ਵਿੱਚ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਪਰਮਾਤਮਾ ਦੀ ਜੋ ਭਗਤੀ, ਜੋ ਸਹੀ ਰੂਪ ਦੇ ਵਿੱਚ ਭਗਤੀ ਦੱਸੀ ਗਈ, ਉਹਨੂੰ ਹਿਰਦੇ ਵਿੱਚ ਦ੍ਰਿੜ ਕਰਕੇ ਰੱਖਦੇ ਨੇ, ਅੰਦਰ ਦ੍ਰਿੜਤਾ ਨਾਲ ਧਾਰਨ ਕਰਕੇ ਰੱਖਦੇ ਨੇ।
ਉਹ ਕਦੀ ਡੋਲਦੇ ਨਹੀਂ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਆਪਣੇ ਅੰਦਰ ਪਰਮਾਤਮਾ ਦੀ ਭਗਤੀ ਨੂੰ ਦ੍ਰਿੜ ਕਰਕੇ ਰੱਖਦੇ ਹਨ। ਐਸੇ ਜਨ ਦੀ ਸਤਿਗੁਰੂ ਮਹਾਰਾਜ ਜੀ ਨੇ ਅੱਗੇ ਚੱਲ ਕੇ ਗੱਲ ਕੀਤੀ, ਕਹਿੰਦੇ ਭਗਤ ਕਰੈ ਜਨ ਵਡਿਆਈ ਪਾਏ। ਜਨ ਸ਼ਬਦ ਫੇਰ ਆ ਗਿਆ ਨਾ, ਭਗਤ ਸ਼ਬਦ ਵੀ ਆ ਗਿਆ। ਭਗਤ ਦੇ ਤੱਤੇ ਨੂੰ ਸਿਹਾਰੀ ਹੈ ਭਗਤੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਭਗਤੀ ਚ ਰੱਤੇ ਹੋਏ ਜੀਵ ਜਿਹੜੇ ਨੇ ਐਸੇ ਜਨ ਵਡਿਆਈ ਪਾਉਂਦੇ ਨੇ। ਮੈਂ ਭਗਤੀ ਦੇ ਬਾਰ-ਬਾਰ ਅਰਥ ਨਾ ਕਰਾਂ ਤੇ ਨਾ ਮੈਂ ਬਾਰ-ਬਾਰ ਉਸ ਚੀਜ਼ ਨੂੰ ਦੁਹਰਾਵਾਂ ਕਿ ਭਗਤੀ ਤੋਂ ਭਾਵ ਇਹ ਨਹੀਂ ਕਿ ਜਿਹੜਾ ਵਿਖਾਇਆ ਜਾ ਰਿਹਾ ਸਾਨੂੰ ਪਖੰਡ ਕਰਕੇ, ਉਹ ਭਗਤੀ ਨਹੀਂ। ਜਿਹੜਾ ਕਹਿੰਦੇ ਜੀ ਬਾਬਾ ਜੀ ਭੋਰੇ 'ਚ ਬੈਠੇ ਨੇ ਤੇ ਇਹਨਾਂ ਨੇ ਸਾਲ ਬਾਅਦ ਬਾਹਰ ਨਿਕਲਣਾ, ਕੀ ਕਰ ਰਹੇ ਜੀ? ਕਹਿੰਦੇ ਭਗਤੀ ਕਰ ਰਹੇ ਆ। ਇਹੋ ਜੀ ਭਗਤੀ ਨੂੰ ਗੁਰਮਤ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ। ਹਾਂ, ਇਹ ਤਾਂ ਕਿਹਾ ਜਾ ਸਕਦਾ ਵੀ ਉਹ ਭਗਤੀ ਕਰ ਰਹੇ ਕਿਹੜੀ ਜੀ? ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਥ ਭਾਵਾਂ ਨੂੰ ਸਮਝ ਰਹੇ ਨੇ, ਅਰਥ ਭਾਵ ਸਮਝ ਕੇ ਜੀਵਨ 'ਚ ਕਮਾ ਰਹੇ ਨੇ। ਕਿਹਾ ਜਾ ਸਕਦਾ ਸੱਚਮੁੱਚ ਭਗਤੀ ਕਰ ਰਹੇ ਨੇ। ਪਰ ਜੋ ਪਖੰਡ ਕੀਤਾ ਜਾ ਰਿਹਾ, ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਜਨ ਵਡਿਆਈ ਨਹੀਂ ਪਾਉਂਦੇ, ਸਗੋਂ ਜੀਵਨ ਕਮਾਉਣ ਵਾਲੇ ਜਿਹੜੇ ਨੇ ਉਹੀ ਵਡਿਆਈ ਪਾਉਂਦੇ ਨੇ। ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਾਚ ਰਤੇ ਸੁਖ ਸਹਿਜ ਸਮਾਏ। ਸੱਚ ਵਿੱਚ ਰੱਤੇ ਹੋਏ ਜੀਵ ਸਹਿਜੇ ਹੀ ਪ੍ਰਮਾਤਮਾ ਦੇ ਵਿੱਚ ਸਮਾ ਜਾਂਦੇ ਨੇ, ਇੱਕ ਮਿਕਤਾ ਹਾਸਲ ਕਰ ਜਾਂਦੇ ਨੇ। ਉਹਨਾਂ ਦੀ ਅਵਸਥਾ ਉਹ ਬਣ ਗਈ ਕਿ ਅਬ ਤੋਂ ਜਾਏ ਚੜੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਹਿਚਾਨੀ। ਹੁਣ ਪਹਿਚਾਨ ਨਹੀਂ ਉਹਦੀ ਕੀਤੀ ਜਾ ਸਕਦੀ। ਉਹ ਪਰਮਾਤਮਾ ਦਾ ਹੀ ਰੂਪ ਬਣ ਜਾਂਦਾ, ਸਮਾ ਜਾਂਦਾ ਉਹਦੇ ਵਿੱਚ। ਭਾਵ ਕਿ ਪਰਮਾਤਮਾ ਦੇ ਰੱਬੀ ਗੁਣ ਉਹਦੇ ਵਿੱਚੋਂ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ। ਪਾਤਸ਼ਾਹ ਕੇ ਬਖਸ਼ਿਸ਼ ਕਰਦੇ ਤੀਸਰੇ ਬੰਦ ਅੰਦਰ, ਸਾਚੇ ਕਾ ਗਾਹਕ ਵਿਰਲਾ ਕੋ ਜਾਨ। ਸੱਚ ਦਾ ਜਿਹੜਾ ਗਾਹਕ ਹੈ, ਸੱਚ ਨੂੰ ਵਿਹਾਜਣ ਵਾਲਾ ਹੈ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੱਚ ਨੂੰ ਮਿਲਣ ਦਾ ਚਾਹਵਾਨ ਜਿਹੜਾ ਹੈ ਉਹ ਕੋਈ ਬਹੁਤ ਵਿਰਲਾ ਹੈ, ਬਹੁਤ ਘੱਟ ਹੈ। ਗੁਰ ਕੈ ਸ਼ਬਦ ਆਪ ਪਛਾਣ। ਸਤਿਗੁਰੂ ਕਹਿੰਦੇ ਗੁਰੂ ਦੇ ਸ਼ਬਦ ਰਾਹੀਂ ਨਾ ਆਪਣੇ ਆਪ ਦੀ ਪਹਿਚਾਣ ਕਰ ਲੈਂਦਾ ਹੈ। ਜਦੋਂ ਅਸੀਂ ਸੱਚ ਦੀ ਗੱਲ ਕਰਦੇ ਹਾਂ ਨਾ ਗੁਰਮੁਖੋ, ਤੇ ਸੱਚ ਦੇ ਵੀ ਅਰਥ ਕਈ ਤਰ੍ਹਾਂ ਦੇ ਕੀਤੇ ਗਏ। ਜਾਂ ਇਉਂ ਕਹਿ ਲਓ ਕਿ ਬੰਦਾ ਕਈ ਵਾਰ ਸੱਚ ਬੋਲਣ ਲੱਗਾ ਵੀ ਕਈ ਵਾਰ ਸੋਚਦਾ ਵੀ ਸੱਚ ਕਿੱਥੇ ਕੁ ਬੋਲਣਾ ਚਾਹੀਦਾ, ਪਰ ਗੁਰਬਾਣੀ ਦਾ ਬੋਲ ਹੈ। ਮੇਰੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਪਿਆਰ, ਇੱਕ ਗੱਲ ਯਾਦ ਰੱਖਿਓ ਜੇ ਕਿ ਸੱਚ ਸੁਣਾਏ ਸੀ ਸੱਚ ਕੀ ਵੇਲਾ। ਜਦੋਂ ਸੱਚ ਦਾ ਵੇਲਾ ਹੈ ਉਦੋਂ ਤਾਂ ਸੱਚ ਸੁਣਾਇਆ ਨਹੀਂ, ਤੇ ਜਦੋਂ ਟਾਈਮ ਲੰਘ ਜਾਏ ਤੇ ਬੰਦਾ ਕਹੇ ਅਸੀਂ ਤਾਂ ਬੜਾ ਸੱਚ ਬੋਲਦੇ ਹਾਂ ਜੀ। ਮੇਰੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਐਸਾ ਨਹੀਂ। ਇੱਕ ਛੋਟਾ ਜਿਹਾ ਪ੍ਰਮਾਣ ਦੇ ਦਿਆਂ। ਕੋਈ ਗੁਰਮੁਖ ਜਨ ਤੁਰਿਆ ਜਾ ਰਿਹਾ, 3 ਪ੍ਰਸ਼ਾਦੇ ਉਹਦੇ ਕੋਲ ਨੇ, ਰਸਤੇ ਵਿੱਚ ਕੋਈ ਹੋਰ ਮਿਲ ਪਿਆ ਮੇਰੇ ਵਰਗਾ, ਉਹ ਵੀ ਨਾਲ ਤੁਰਿਆ ਜਾਂਦਾ। ਉਹਨੇ ਅੱਧ ਵਿੱਚ ਜਾ ਕੇ ਰਸਤੇ ਦੇ ਪੁੱਛਿਆ, ਕਹਿੰਦੇ ਜੀ ਮੈਨੂੰ ਭੁੱਖ ਲੱਗੀ, ਤੁਸੀਂ ਪ੍ਰਸ਼ਾਦਾ ਛਕਣਾ ਮੇਰੇ ਨਾਲ ਹੋ? ਕਹਿਣ ਲੱਗਾ ਜੀ ਮੈਨੂੰ ਭੁੱਖ ਨਹੀਂ ਹੈ। ਕਹਿੰਦਾ ਚਲੋ ਤੁਸੀਂ ਨਹੀਂ ਛਕਣਾ, ਆ ਪ੍ਰਸ਼ਾਦਿਆਂ ਦਾ ਧਿਆਨ ਰੱਖਿਓ, ਮੈਂ ਹੱਥ ਸੁੱਚੇ ਕਰਕੇ ਪ੍ਰਸ਼ਾਦਾ ਛਕ ਲਵਾਂ। ਥੋੜਾ ਜਿਹਾ ਦੂਰ ਸੀ, ਪਾਣੀ ਲੈਣ ਵਾਸਤੇ ਚਲੇ ਗਏ। ਇਹ ਬੰਦਾ ਮਗਰੋਂ ਇਹਨੇ ਪ੍ਰਸ਼ਾਦੇ ਖੋਲੇ ਤੇ ਇੱਕ ਛਕ ਲਿਆ। ਉਹ ਵਾਪਸ ਆਇਆ ਗੁਰਮੁਖ ਜਨ, ਉਹਨੇ ਆ ਕੇ ਜਦੋਂ ਪ੍ਰਸ਼ਾਦੇ ਖੋਲੇ ਤੇ ਪ੍ਰਸ਼ਾਦੇ 3 ਦੀ ਜਗ੍ਹਾ ਤੇ 2 ਨਿਕਲ ਆਏ। ਕਹਿਣ ਲੱਗਾ ਜੀ ਪ੍ਰਸ਼ਾਦੇ 3 ਸੀ, 2 ਕਿਵੇਂ ਰਹਿ ਗਏ? ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ ਕਿਵੇਂ 2 ਰਹਿ ਗਏ, ਮੈਂ ਨਹੀਂ ਛਕਿਆ। ਬਾਰ-ਬਾਰ ਕਹਿਣ ਤੇ ਵੀ ਮੰਨਿਆ ਨਹੀਂ, ਤੁਰੇ ਜਾਂਦੇ ਨੇ। ਰਸਤੇ ਵਿੱਚ ਕਹਿਣ ਲੱਗੇ ਕੋਈ ਮੋਹਰਾਂ ਮਿਲ ਗਈਆਂ, ਪੈਸੇ ਮਿਲ ਗਏ, ਕੁਝ ਵੀ ਕਹਿ ਲਓ। ਉਹ ਜਦੋਂ ਮੋਹਰਾਂ ਮਿਲੀਆਂ ਤੇ ਉਹ ਗੁਰਮੁਖ ਜਨ ਕਹਿੰਦੇ 3 ਢੇਰੀਆਂ ਬਣਾ ਦਈਏ, 3 ਨੂੰ ਵੰਡ ਦਈਏ, ਇੱਕੋ ਜਿਹੀਆਂ ਚਾਹੀਦੀਆਂ ਨੇ। 3 ਢੇਰੀਆਂ ਬਣਾਉਣ ਲੱਗਿਆ। ਉਹਨੇ ਕਿਹਾ ਜੀ 3 ਕਿਉਂ? ਆਪਾਂ ਤੇ 2 ਆ, ਜਿਉਂ ਚੱਲੇ ਆਪਾਂ 2 ਹੀ ਰਹੇ ਆ। ਕਹਿਣ ਲੱਗਾ ਨਹੀਂ 2 ਨਹੀਂ, ਆਪਾਂ 3 ਆ। ਕਹਿੰਦੇ ਤੀਜਾ ਕੌਣ ਹੈ? ਕਹਿੰਦੇ ਤੀਜਾ ਉਹ ਜਿਹਨੇ ਇਹ ਪ੍ਰਸ਼ਾਦਾ ਇੱਕ ਖਾਦਾ ਸੀ। ਕਹਿੰਦਾ ਜੀ ਤਾਂ ਮੈਂ ਹੀ ਖਾਦਾ ਸੀ। ਹੁਣ ਅੰਦਾਜ਼ਾ ਲਾਓ, ਇਹ ਬੰਦਾ ਸੱਚ ਤਾਂ ਬੋਲਦਾ ਪਿਆ ਹੈ, ਪਰ ਸੱਚ ਉਦੋਂ ਬੋਲਦਾ ਜਦੋਂ ਮੋਹਰਾਂ ਅੱਗੇ ਦਿਸਦੀਆਂ ਪਈਆਂ ਨੇ। ਸੱਚ ਉਦੋਂ ਬੋਲਿਆ ਉਹਨੇ। ਪਹਿਲਾਂ ਕਹਿੰਦਾ ਮੈਂ ਪ੍ਰਸ਼ਾਦਾ ਛਕਿਆ ਨਹੀਂ। ਅਜਿਹਾ ਬੰਦੇ ਦਾ ਸੱਚ ਬੋਲਿਆ ਹੋਇਆ ਵੀ ਝੂਠ ਤੋਂ ਭੈੜਾ ਹੈ, ਕਿਉਂਕਿ ਸਮਾਂ ਲੰਘਣ ਤੋਂ ਬਾਅਦ ਬੋਲਿਆ ਹੈ। ਸਤਿਗੁਰੂ ਕਹਿੰਦੇ ਕੋਈ ਵਿਰਲੇ ਜਨ ਜਿਹੜੇ ਗਾਹਕ ਨੇ, ਪਰ ਆਪਣੇ ਆਪ ਦੀ ਪਹਿਚਾਣ ਜਿਹੜੇ ਕਰ ਲੈਂਦੇ ਨੇ, ਸਤਿਗੁਰੂ ਕਹਿੰਦੇ ਉਹੀ ਪ੍ਰਮਾਤਮਾ ਦੇ ਸ਼ਬਦ ਵਿੱਚ ਸਮਾ ਜਾਂਦੇ ਨੇ। ਅਖੀਰਲਾ ਬੰਦ, ਸਾਚੀ ਰਾਸ ਸਾਚਾ ਵਪਾਰ। ਸੱਚ ਰੂਪੀ ਰਾਸ ਇਕੱਠੀ ਕਰਨ ਵਾਲੇ ਸੱਚ ਦੇ ਵਪਾਰੀ, ਉਹਨਾਂ ਬਾਰੇ ਗੁਰੂ ਸਾਹਿਬ ਨੇ ਕਿਹਾ ਸੋ ਧੰਨ ਪੁਰਖ ਜਿਸ ਨਾਮ ਪਿਆਰ। ਪੁਰਖ ਜਨ ਧੰਨ, ਪਰਮਾਤਮਾ ਦੇ ਨਾਮ ਨੂੰ ਪਿਆਰ ਕਰਨ ਵਾਲੇ। 3 ਪ੍ਰਭ ਸੱਚ ਹੈ, ਇੱਕ ਸੱਚ ਲਾਏ। ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਸੱਚ ਦੇ ਵਿੱਚ ਲਾ ਦਿੱਤਾ। ਕਈ ਗੁਰਮੁਖ ਜਨਾਂ ਨੂੰ, ਕਈਆਂ ਨੂੰ ਸੱਚ ਵਿੱਚ ਪਰਮਾਤਮਾ ਨੇ ਲਾਇਆ। ਕਿਵੇਂ ਲਾ ਦਿੱਤਾ? ਉਤਮ ਬਾਣੀ ਸ਼ਬਦ ਸੁਣਾਏ। ਸਤਿਗੁਰੂ ਕਹਿੰਦੇ ਆਪਣੀ ਸੱਚੀ ਬਾਣੀ ਜਦੋਂ ਸੁਣਾਈ, ਸ਼ਬਦ ਸੁਣਿਆ ਗੁਰੂ ਦੀ ਬਾਣੀ ਦਾ, ਉਹ ਸੱਚ ਵਿੱਚ ਜੁੜ ਗਏ। ਪ੍ਰਭ ਸਾਚੇ ਕੀ ਸਾਚੀ ਕਾਰ, ਨਾਨਕ ਨਾਮ ਸਵਾਰਨਹਾਰ।
ਸਤਿਗੁਰੂ ਬਖਸ਼ਿਸ਼ ਕਰਦੇ ਨੇ। ਪ੍ਰਭੂ ਸੱਚੇ ਦੀ ਮਰਜ਼ਾਦਾ, ਸਿਧਾਂਤ ਸੱਚਾ ਹੈ, ਨਿਯਮ ਸੱਚਾ ਹੈ, ਕੋਈ ਉਹਦੇ ਵਿੱਚ ਰੋਕ ਟੋਕ ਨਹੀਂ। ਤੇ ਉਹ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਪਰਮਾਤਮਾ ਦੇ ਨਾਮ ਵਿੱਚ ਜੁੜਨ ਵਾਲੇ ਜੀਵ ਆਪਣੇ ਆਪ ਨੂੰ ਸਵਾਰ ਲੈਂਦੇ ਨੇ। ਸ਼ਬਦ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ। ਸਤਿਗੁਰੂ ਤੇ ਸਾਧ ਸੰਗਤ ਬਖਸ਼ਣਯੋਗ ਹੈ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਮੂਹ ਮੈਨੇਜਮੈਂਟ ਦਾ ਧੰਨਵਾਦ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਦਿੰਦੇ ਹੋਏ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।